सतनाम श्री वाहिगुरु साहिब जी। दोहरा सुध सुन कर किस निकट ते सिंगन कह्यो सुनाए। जेर दस्त लवपुरी को सूबा बहु दुखदाए। वाहिगुरु जी का खालसा वाहिगुरु जी की फतेह। परम सन्मान योग सत्कार योग गुरु का खास रूप गुरु खालसा साध संगत जीओ। जगत गुरु असमाद जैसे पतित जीवां दे उद्धार करता ਸਰਬ ਸਾਂਝੀ ਵਾਲਤਾ ਦੇ ਸਾਂਝੇ ਰਹਿਬਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ 'ਚ ਪਿਛਲੇ ਪਹਿਰਾਂ ਦੇ ਸਜੇ ਹੋਏ ਦੀਵਾਨਾਂ 'ਚ ਹਾਜ਼ਰੀਆਂ ਭਰ ਕੇ ਨੌਵੇਂ ਪਾਤਸ਼ਾਹ ਜਗਤ ਗੁਰੂ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ। ਕਲਗੀਧਰ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਇਤਿਹਾਸ ਦੀ ਕਥਾ ਨੇਤਾ ਪ੍ਰਤੀ ਗੁਰੂ ਚਰਨਾਂ 'ਚ ਜੁੜ ਕੇ ਆਪ ਜੀ ਸਰਵਣ ਕਰ ਰਹੇ। ਦਮਦਮਾ ਸਾਹਿਬ ਗੁਰੂ ਕਾਸ਼ੀ ਵਿਖੇ ਕਲਗੀਧਰ ਜੀ ਬਿਰਾਜਮਾਨ ਹਨ। ਆਪਣੀ ਸ਼ਰਨ ਆਉਣ ਵਾਲੇ ਗੁਰਸਿੱਖਾਂ ਨੂੰ ਕਰਤਾਰਥ ਕਰ ਰਹੇ ਨੇ। ਸਤਿਗੁਰਾਂ ਦੇ ਹੁਕਮੇ ਵਰਸਣ ਮੇ ਦੀ ਖੇਡ ਵਰਤਦੀ ਹੈ ਕਿ ਬਰਸ ਮੇਘ ਜੀ ਤਿਲ ਬਿਲਮ ਨਾ ਲਾਵੋ। ਇਹ ਜ਼ਾਹਰ ਕਲਾ ਸਤਿਗੁਰਾਂ ਦੀ ਵੇਖ ਕੇ ਸਾਰਾ ਇਲਾਕਾ ਗੁਰੂ ਸ਼ਰਨ ਵਿੱਚ ਆ ਕੇ ਨਮਸਕਾਰਾਂ ਕਰਦਾ ਹੈ। ਇਸੇ ਤਰ੍ਹਾਂ ਇੱਕ ਸਿੱਖ ਭਾਈ ਝੂਲਣਾ ਸਿੰਘ ਦਾ ਪ੍ਰਸੰਗ ਆਇਆ ਹੈ, ਜਿਹੜਾ ਬਾਅਦ ਵਿੱਚ ਅਕੂਆ ਕਹਾਇਆ। ਉਹ ਕਥਾ ਆਪ ਜੀ ਨੇ ਕੱਲ ਦੇ ਪ੍ਰਸੰਗ 'ਚ ਸਰਵਣ ਕੀਤੀ, ਜਿਹਦਾ ਤਾਤਪਰਜ ਇਹ ਸੀ ਕਿ ਇੰਦਰੀਆਂ ਨੂੰ ਕਸ਼ਟ ਦੇਣ ਨਾਲ ਮਨ ਨਹੀਂ ਸੱਦਦਾ। ਮਨ ਇਹਨਾਂ ਇੰਦਰੀਆਂ ਨੂੰ ਪ੍ਰੇਰਦਾ ਹੈ। ਹਾਂ, ਇੰਦਰੀਆਂ ਦੀ ਸਾਧਨਾ ਜ਼ਰੂਰ ਹੋ ਸਕਦੀ ਹੈ, ਪਰ ਜੇ ਉਹਨਾਂ ਨੂੰ ਕਸ਼ਟ ਦੇ ਕੇ ਮਨ ਨੂੰ ਕਾਬੂ ਕਰਨਾ ਚਾਹੀਏ ਤਾਂ ਨਹੀਂ। ਇਹ ਸਿਧਾਂਤ ਗੁਰਦੇਵ ਨੇ ਭਾਈ ਝੂਲਣਾ ਸਿੰਘ ਦੇ ਪ੍ਰਸੰਗ ਨਾਲ ਦਿੱਤਾ। ਆਓ ਕਲਗੀਧਰ ਜੀ ਦੀ ਅੰਮ੍ਰਿਤ ਕਥਾ ਹੈ। ਇਹ ਅੰਮ੍ਰਿਤ ਕਥਾ ਕਹਿ ਲਈਏ ਜਾਂ ਅੰਮ੍ਰਿਤ ਦਾ ਮੀਂਹ ਕਹਿ ਲਈਏ, ਜੇ ਅੰਮ੍ਰਿਤ ਵਰਸ਼ਾ ਕਹਿ ਲਈਏ ਤਾਂ ਵੀ ਅਤਕਥਨੀ ਨਹੀਂ ਹੈ। ਇਹ ਨਿੱਕੀ ਨਿੱਕੀ ਕਣੀ ਦੀ ਅੰਮ੍ਰਿਤ ਦੀ ਮੀਂਹ ਦੀ ਝੜੀ ਹੈ ਸਤਿਗੁਰੂ ਜੀ ਦੀ ਕਥਾ। ਜਿੱਥੇ ਜਿੱਥੇ ਵੀ ਇਹ ਮੀਂਹ ਵਰਸਦਾ ਹੈ ਉੱਥੇ ਸ਼ਾਂਤੀ ਟਿਕਾ ਆਨੰਦ ਇਹਦਾ ਨਿਵਾਸ ਹੋ ਜਾਂਦਾ ਹੈ। ਸ਼ੁਭ ਗੁਣਾਂ ਦੀ ਖੇਤੀ ਉੱਗਣ ਲੱਗ ਪੈਂਦੀ ਹੈ ਉੱਥੇ। ਆਓ ਦਸਮੇਸ਼ ਪਿਤਾ ਗੁਰੂ ਕਲਗੀਧਰ ਜੀ ਦੇ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਈਏ। ਗੁਰੂ ਚਰਨਾਂ ਵਿੱਚ ਹਾਜ਼ਰੀ ਲਵਾਉਣ ਵਾਸਤੇ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸੁਧ ਸੁਨ ਕਰ ਕਿਸ ਨਿਕਟ ਤੇ ਸਿੰਘਨ ਕਹਿਓ ਸੁਨਾਏ। ਕਹਿੰਦੇ ਕੁਝ ਕੁ ਸਿੱਖਾਂ ਤੋਂ ਖਬਰ ਪਤਾ ਲੱਗੀ ਤੇ ਸਿੰਘਾਂ ਨੇ ਕਲਗੀਧਰ ਪਾਤਸ਼ਾਹ ਜੀ ਨੂੰ ਆ ਕੇ ਦੱਸਿਆ। ਜ਼ੇਰ ਦਸਤ ਲਵਪੁਰੀ ਕੋ ਸੂਬਾ ਬਹੁ ਦੁਖਦਾਏ। ਮਹਾਰਾਜ ਜੀ ਸੂਬਾ ਲਾਹੌਰ ਜ਼ਬਰਦਸਤ ਖਾਨ
ਉਹ ਸੰਗਤ ਨੂੰ ਬੜਾ ਦੁੱਖ ਦੇ ਰਿਹਾ, ਬੜਾ ਦੁਖਦਾਈ ਹੈ, ਉਹ ਗੁਰਸਿੱਖਾਂ ਨੂੰ ਦੁੱਖ ਦਿੰਦਾ ਹੈ। ਚੌਪਈ ਸੰਗਤ ਛੀਨ ਲਈ ਇਤਿਆਵਤ। ਮਹਾਰਾਜ ਸੰਗਤ ਆ ਰਹੀ ਸੀ ਲਾਹੌਰ ਦੇ ਇਲਾਕੇ ਚੋਂ ਲੰਘ ਕੇ, ਤੇ ਸੂਬੇਦਾਰ ਲਾਹੌਰ ਨੇ ਉਹਨਾਂ ਸੰਗਤਾਂ ਦੇ ਕੋਲ ਜਿਹੜੀਆਂ ਵਸਤੂਆਂ ਸਨ ਆਪ ਜੀ ਨੂੰ ਭੇਟਾ ਕਰਨ ਲਈ ਉਹ ਖੋਹ ਲਈਆਂ ਹਨ। ਤਜ ਹੈ ਨਾ ਨਾਮ ਗੁਰੂ ਸੁਨ ਪਾਵਤ। ਜਦੋਂ ਪਾਪੀ ਸੁਣਦਾ ਹੈ ਕਿ ਗੁਰੂ ਕੀ ਸੰਗਤ ਹੈ ਤਾਂ ਉਹ ਛੱਡਦਾ ਨਹੀਂ ਹੈ ਸੰਗਤ ਨੂੰ। ਜਦੋਂ ਉਹਨੂੰ ਪਤਾ ਲੱਗਦਾ ਹੈ ਕਿ ਸਿੱਖ ਗੁਰੂ ਦੇ ਦਰਸ਼ਨਾਂ ਨੂੰ ਜਾ ਰਹੇ ਨੇ ਤਾਂ ਉਹਨਾਂ ਸਿੱਖਾਂ ਨੂੰ ਤੰਗ ਕਰਦਾ, ਪਰੇਸ਼ਾਨ ਕਰਦਾ। ਇੱਕ ਦਿਨ ਫੇਰ ਦਈ ਸੁਧ ਕਾਹੂ। ਇਸੇ ਤਰ੍ਹਾਂ ਇੱਕ ਵਾਰੀ ਫਿਰ ਕਿਸੇ ਨੇ ਖਬਰ ਦਿੱਤੀ, ਸੂਬਾ ਜੋ ਸਰਹੰਦ ਕੇ ਮਾਹੂ। ਮਹਾਰਾਜ ਜਿਹੜਾ ਸਰਹੰਦ ਦਾ ਸੂਬੇਦਾਰ ਹੈ ਮਲੇਛ ਵਜੀਦਾ ਪਾਪੀ, ਤਿੰਨ ਭੀ ਸੰਗਤ ਲੀਨ ਸਛੀਨ। ਉਹਨੇ ਵੀ ਸੰਗਤ ਦੇ ਕੋਲੋਂ ਵਸਤੂਆਂ ਖੋਹ ਲਈਆਂ ਨੇ, ਉਹਨੇ ਵੀ ਸੰਗਤ ਦੇ ਕੋਲੋਂ ਭਟਾਵਾਂ ਖੋਹ ਲਈਆਂ ਹਨ। ਊੜ ਕੁਤਸਤ ਕਾਜ ਕੋ ਕੀਨ। ਉਹਨੇ ਬੜਾ ਖੋਟਾ ਕੰਮ ਕੀਤਾ, ਝੂਠੇ ਵਜੀਦੇ ਪਾਪੀ ਨੇ। ਸੁਨ ਗੁਰ ਬੋਲੇ ਧਰ ਕੈ ਰੋਸਾ। ਜਦੋਂ ਕੁਝ ਦਿਨ ਪਹਿਲਾਂ ਲਾਹੌਰ ਤੋਂ ਆਉਂਦੀ ਸੰਗਤ ਲੁੱਟੀ ਗਈ, ਇਹ ਮਹਾਰਾਜ ਜੀ ਨੂੰ ਖਬਰ ਮਿਲੀ। ਫਿਰ ਕਿਸੇ ਨੇ ਦੱਸਿਆ ਕਿ ਸੂਬੇ ਸਰਹੰਦ ਨੇ ਸੰਗਤ ਨੂੰ ਲੁੱਟ ਲਿਆ। ਇਹ ਸੁਣ ਕੇ ਕਲਗੀਧਰ ਪਾਤਸ਼ਾਹ ਜੀ ਬੀ ਰਸ ਦੇ ਵਿੱਚ ਆਏ ਤੇ ਬੋਲੇ, ਸੂਬੇ ਕੋ ਸੰਗਤ ਨੇ ਖੋਸਾ। ਮਹਾਰਾਜ ਜੀ ਕਹਿੰਦੇ ਕਿ ਸੂਬੇਦਾਰ ਨੂੰ ਸੰਗਤ ਕੋਲੋਂ ਖੋਹ ਲਿਆ, ਇਹ ਤਾਂ ਦੱਸਦੇ ਹੋ ਆ ਕੇ। ਇਸ ਵਿਦਿਆਨ ਕਹਿਤ ਨੈ ਕੋ। ਪਰ ਏਦਾਂ ਨਹੀਂ ਕੋਈ ਕਹਿੰਦਾ ਆ ਕੇ ਵੀ ਸੂਬੇ ਨੂੰ ਲੁੱਟ ਕੇ ਲਿਆਈ ਹੈ ਸੰਗਤ। ਪਾਤਸ਼ਾਹ ਕਹਿੰਦੇ ਵੀ ਇਹ ਤਾਂ ਤੁਸੀਂ ਆ ਕੇ ਸੁਣਾਉਂਦੇ ਹੋ ਸਾਨੂੰ ਕਿ ਸੂਬੇਦਾਰ ਨੇ ਸੰਗਤ ਕੋਲੋਂ ਲੁੱਟ ਲਿਆ ਜਾਂ ਖੋਹ ਲਿਆ। ਉਹ ਏਦਾਂ ਨਹੀਂ ਸੁਣਾਣਾ ਆ ਕੇ ਸਾਨੂੰ। ਸਾਡੇ ਕੰਨ ਸੁਣਨਾ ਚਾਹੁੰਦੇ ਆ ਵੀ ਸੂਬੇਦਾਰਾਂ ਨੂੰ ਸੰਗਤ ਖੋਹ ਕੇ ਲਿਆਈ ਹੈ, ਉਹਨਾਂ ਨੂੰ ਲੁੱਟ ਕੇ ਲਿਆਈ ਹੈ। ਇਹ ਕਿਉਂ ਨਹੀਂ ਕੋਈ ਸੁਣਾਉਂਦਾ ਆ ਕੇ ਸਾਨੂੰ। ਸੰਗਤ ਛੀਨੀ ਭਾਖਤ ਸੋ। ਇਹ ਜ਼ਰੂਰ ਆ ਕੇ ਕਹਿੰਦੇ ਹੋ ਸਾਰੇ ਕਿ ਸੰਗਤ ਦੇ ਕੋਲੋਂ ਖੋਹ ਲਿਆ। ਪੁਨ ਸਭ ਹਿਨ ਕੋ ਕਹਿਓ ਸੁਨਾਏ। ਮਹਾਰਾਜ ਜੀ ਬੀਰਸ ਵਿੱਚ ਬੋਲੇ, ਏਦਾਂ ਕਿਉਂ ਨਹੀਂ ਕੋਈ ਆ ਕੇ ਸੁਣਾਉਂਦਾ ਕਿ ਸੂਬੇਦਾਰਾਂ ਕੋਲੋਂ ਸੰਗਤ ਖੋਹ ਕੇ ਲਿਆਈ ਹੈ, ਉਹਨੂੰ ਲੁੱਟ ਕੇ ਲਿਆਈ ਹੈ ਸੰਗਤ। ਫਿਰ ਕਲਗੀਧਰ ਪਾਤਸ਼ਾਹ ਜੀ ਬੋਲੇ, ਕਹਿਣ ਲੱਗੇ, ਸੱਚ ਕਹੈ ਸਿੱਖ ਜੁਤ ਸਮੁਦਾਏ। ਮਹਾਰਾਜ ਜੀ ਕਹਿੰਦੇ ਸੱਚ ਕਹਿੰਦੇ ਆ ਸਾਰੇ ਸਿੱਖਾਂ ਦੇ ਸਮੁਦਾਇ ਸਹਿਤ। ਬੀਤੀ 9 ਗੁਰ ਪਾਤਸ਼ਾਹੀ। 9 ਪਾਤਸ਼ਾਹੀਆਂ ਤੱਕ ਜਿਹੜੀ ਪਾਤਸ਼ਾਹੀ ਕੀਤੀ ਆ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਜਗਤ ਗੁਰੂ ਤੇਗ ਬਹਾਦਰ ਸਾਹਿਬ ਤੱਕ। ਰਾਣੀ ਉਪਦੇਸ਼ੇ ਸੰਗਤ ਨਾਹੀ। ਉਹਨਾਂ ਨੂੰ ਜੰਗ ਦਾ ਉਪਦੇਸ਼ ਨਹੀਂ ਦਿੱਤਾ 9 ਪਾਤਸ਼ਾਹਾਂ ਨੇ। ਸੰਗਤ ਨੂੰ ਜੰਗ ਦੇ ਮੈਦਾਨ ਦਾ ਉਪਦੇਸ਼ ਨਹੀਂ ਦਿੱਤਾ। ਸੇਵਾ ਕਰਨੀ ਭਾਉ ਵਿਸਾਲਾ। ਸੇਵਾ ਕਰਨੀ, ਪ੍ਰੇਮ ਭਾਵ ਦੇ ਨਾਲ ਰਹਿਣਾ, ਇਹ ਸਿਖਾਇਆ। ਜਪਹੁ ਨਾਮ ਪਕਰਾਈ ਮਾਲਾ। ਔਰ ਨਾਮ ਜਪਣ ਨੂੰ ਕਿਹਾ ਤੇ ਮਾਲਾ ਫੜਨ ਨੂੰ ਕਿਹਾ ਵੀ ਮਾਲਾ ਫੜੋ ਤੇ ਨਾਮ ਜਪੋ। ਅਬ ਮੈਂ ਚੰਡੀ ਪਾਠ ਪਠਾਵਾ। ਪਾਤਸ਼ਾਹ ਕਹਿੰਦੇ ਹੁਣ ਮੈਂ ਖਾਲਸਾ ਸਾਜਿਆ, ਹੁਣ ਮੈਂ ਚੰਡੀ ਦਾ ਪਾਠ ਪੜਾਉਣਾ ਖਾਲਸੇ ਕੋਲੋਂ, ਚੰਡੀ ਦਾ ਜਾਪ ਕਰਾਉਣਾ। ਮੇਰਾ ਖਾਲਸਾ ਜਪੇਗਾ ਚੰਡੀ ਨੂੰ। ਚੰਡੀ ਯਾਨੀ ਕਿ ਚੰਡੀ ਦੀ ਬਾਣੀ ਪੜ੍ਹੇਗਾ। ਚੰਡੀ ਨਾਮ ਭਗਉਤੀ ਦਾ, ਤਲਵਾਰ ਦਾ ਵੀ ਹੈ। ਪਾਤਸ਼ਾਹ ਕਹਿੰਦੇ ਹੁਣ ਮੈਂ ਚੰਡੀ ਦਾ ਪਾਠ ਪੜਾਉਣਾ ਆਪਣੇ ਖਾਲਸੇ ਨੂੰ। ਗੁਰਦੇਵ ਨੇ 2 ਚੰਡੀ ਚਰਿੱਤਰ ਲਿਖਿਆ ਦਸਮ ਬਾਣੀ 'ਚ। ਚੰਡੀ ਚਰਿੱਤਰ ਪਹਿਲਾ, ਚੰਡੀ ਚਰਿੱਤਰ ਦੂਜਾ। ਫਿਰ ਚੰਡੀ ਦੀ ਵਾਰ ਲਿਖੀ ਮਹਾਰਾਜ ਕਲਗੀਧਰ ਪਾਤਸ਼ਾਹ ਨੇ, ਜਿਹਦੇ 'ਚ ਰੋਜ਼ ਪੜ੍ਹਦੇ ਹੋ, ਪ੍ਰਥਮ ਭਗਉਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਖੰਡਾ ਪ੍ਰਥਮੈ ਸਾਜ ਕੈ ਜਿਨ ਸਭ ਸਹਿਸਾਰੋ ਪਾਇਆ। ਬ੍ਰਹਮਾ ਵਿਸ਼ਨ ਮਹੇਸ਼ ਸਾਜ ਕੁਦਰਤੀ ਦਾ ਖੇਲ ਰਚਾਏ ਬਣਾਇਆ। ਚੰਡੀ ਦੀ ਵਾਰ ਚੋਂ ਪੜ੍ਹਦੇ ਆ ਨਾ। ਹੁਣ ਹੂਰਾ ਸਰੁਣਤ ਬੀਜ ਨੂੰ ਘਟ ਘੇਰ ਖਲੋਈਆਂ, ਲਾੜਾ ਦੇਖਣ ਲਾੜੀਆਂ ਚੌਗਿਰਦਾ ਹੋਈਆਂ। ਦੁਰਗਾ ਪਾਠ ਬਣਾਇਆ ਸਭੇ ਪੌੜੀਆਂ, ਫੇਰ ਨ ਜੂਨੀ ਆਇਆ ਜਿਰ ਇਹ ਗਾਇਆ। ਪਾਤਸ਼ਾਹ ਕਹਿੰਦੇ ਹੁਣ ਮੈਂ ਚੰਡੀ ਦਾ ਪਾਠ ਪੜਾਉਣਾ ਆਪਣੇ ਖਾਲਸੇ ਨੂੰ। ਸਿੰਘ ਨਾਮ ਧਰ ਸ਼ਸਤਰ ਗਹਾਵਾ। ਪਹਿਲਾਂ ਕੱਲਾ ਸਿੱਖ ਕਿਹਾ ਜਾਂਦਾ ਸੀ, ਹੁਣ ਮੈਂ ਸਿੰਘ ਨਾਮ ਧਰ ਦਿੱਤਾ ਖਾਲਸੇ ਦਾ। ਸਿੱਖ ਨੂੰ ਸਿੰਘ ਬਣਾ ਦਿੱਤਾ ਹੈ। ਗੁਰੂ ਨਾਨਕ ਸਾਹਿਬ ਤੋਂ ਲੈ ਕੇ ਸਿੱਖ ਤੋਂ ਸਿੰਘ ਤੱਕ ਦੀ ਯਾਤਰਾ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਤੱਕ। ਸਿੱਖ ਨੂੰ ਸਿੰਘ ਬਣਾਇਆ ਹੈ। ਮਹਾਰਾਜ ਜੀ ਕਹਿੰਦੇ ਹੁਣ ਮੈਂ ਸਿੰਘ ਨਾਮ ਧਰ ਦਿੱਤਾ ਖਾਲਸੇ ਦਾ। ਲਗ ਚਿਰੀਅਨ ਤੇ ਬਾਜ ਤੁਰਾਵਾ। ਹੁਣ ਛੋਟੀਆਂ ਚਿੜੀਆਂ ਤੋਂ ਬਾਜ ਤੁੜਾਉਣੇ ਹਨ ਮੈਂ। ਜਿਹੜੇ ਆ ਬਾਜ ਕਹਾਉਂਦੇ ਨੇ ਨਾ ਸੂਬੇ
ਤੇ ਜਿਹੜੇ ਸਾਡੇ ਸਿੱਖਾਂ ਨੂੰ, ਹਿੰਦੁਸਤਾਨ ਦੇ ਲੋਕਾਂ ਨੂੰ ਇਹ ਚਿੜੀਆਂ ਦੱਸਦੇ ਨੇ, ਇਹਨਾਂ ਛੋਟੀਆਂ ਚਿੜੀਆਂ ਤੋਂ ਮੈਂ ਬਾਜ ਤੁੜਾਉਣੇ ਹਨ। ਮਰਦ ਮਿਲਾਏ ਗਰਦ ਦਿਖਰਾਵਾਂ, ਔਰ ਇਹ ਵੱਡੇ ਵੱਡੇ ਸੂਰਮਿਆਂ ਨੂੰ ਗਰਦ ਦੇ ਵਿੱਚ ਮਿਲਾ ਦੇਣਾ, ਜਿਹੜੇ ਮਰਦ ਕਹਾਉਂਦੇ ਨੇ ਆਪਣੇ ਆਪ ਨੂੰ। ਖੰਡੇ ਕੀ ਪਾਹੁਲ ਜੋਲੇ, ਬਾਦਸ਼ਾਹ ਕਹਿੰਦੇ ਜਿਹੜਾ ਖੰਡੇ ਦੀ ਪੌਲ ਲਵੇਗਾ, ਖੰਡੇ ਦੀ ਪੌਲ ਛਕੇਗਾ, ਸਿੰਘ ਨਾਮ ਤਰਵਾਵੇਂ ਜੇ, ਉਹਦਾ ਨਾਮ ਸਿੰਘ ਨਾਮ ਧਰਵਾਵਾਂਗੇ। ਕਹਿੰਦੇ ਉਹ ਜਿਹੜਾ ਸਿੰਘ ਨਾਮ ਧਰਵਾਵੇਗਾ, ਤੋ ਸ਼ਸਤਰਨ ਤੇ ਛੂਛ ਨਾ ਤੇ ਰਹੈ, ਜਿਹੜਾ ਸ਼ਸਤਰਾਂ ਤੋਂ ਖਾਲੀ ਨਹੀਂ ਰਹੇਗਾ, ਸ਼ਸਤਰਧਾਰੀ ਹੋ ਕੇ ਰਹੇਗਾ। ਬਹੁ ਅਭਿਆਸ ਨਿਤਾ ਪ੍ਰਤ ਗਹੈ, ਔਰ ਸ਼ਸਤਰਾਂ ਦਾ ਅਭਿਆਸ ਕਰੇਗਾ, ਨਿਤਾ ਪ੍ਰਤੀ ਤਲਵਾਰ ਚਲਾਣੀ ਜਾਂ ਹੋਰ ਸ਼ਸਤਰਾਂ ਦਾ ਅਭਿਆਸ ਕਰਨਾ। ਕੇਸਨ ਕੋ ਬਹੁ ਅਦਬ ਰਖੀਜੈ, ਔਰ ਭਾਈ ਕੇਸਾਂ ਦਾ ਅਦਬ ਰੱਖਣਾ। ਇਹ ਸੀਸ ਦੇ ਉੱਤੇ ਸਜੇ ਤੁਹਾਡੇ ਕੇਸ ਜਿਹੜੇ ਨੇ, ਇਹਨਾਂ ਕੇਸਾਂ ਦਾ ਅਦਬ ਰੱਖਣਾ, ਸਤਿਕਾਰ ਰੱਖਣਾ। ਝੂਠੇ ਹੱਥ ਨਹੀਂ ਲਾਉਣੇ ਕੇਸਾਂ ਨੂੰ। ਕੇਸ ਕਤਲ ਨਹੀਂ ਕਰਾਉਣੇ, ਕਤਲ ਕਰਾਉਣੇ ਕਿਤੇ, ਝੂਠੇ ਹੱਥ ਵੀ ਨਹੀਂ ਕੇਸਾਂ ਨੂੰ ਲਾਣੇ। ਜਦੋਂ ਕੇਸ ਵਾਉਣੇ ਆ, ਕੰਘਾ ਕਰਨਾ, ਪਹਿਲਾਂ ਚੰਗੀ ਤਰ੍ਹਾਂ ਹੱਥ ਸਵੱਛ ਕਰ ਲੈਣੇ। ਹਾਂਜੀ, ਮੇਰੀ ਸਿਰ ਪਰ ਛਾਪ ਰਖੀਜੈ, ਇਹ ਜਾਣੋ ਵੀ ਇਹ ਕੇਸ ਮੇਰੀ ਛਾਪ ਹੈ, ਸਿਰ ਦੇ ਉੱਤੇ ਮੇਰੀ ਮੋਹਰ ਹੈ, ਕੇਸ ਗੁਰੂ ਕੀ ਮੋਹਰ। ਪਾਤਸ਼ਾਹ ਕਹਿੰਦੇ ਮੇਰੀ ਛਾਪ ਹੈ, ਇਹ ਮੇਰੀ ਮੋਹਰ ਹੈ, ਜਿਹੜੇ ਤੁਹਾਡੇ ਸੀਸ ਤੇ ਕੇਸ ਹਨ। ਪੁਨ ਡੱਲੇ ਸੁਨ ਹੁਕਮ ਬਖਾਨਾ, ਮਹਾਰਾਜ ਜੀ ਡੱਲੇ ਨੂੰ ਕਹਿਣ ਲੱਗੇ, ਗਹਿ ਗਹਿ ਲਾਠੀ ਬਹੁ ਨਰ ਪਾਨਾ। ਮਹਾਰਾਜ ਜੀ ਕਹਿੰਦੇ ਡੱਲਿਆ ਏਦਾਂ ਕਰ, ਜਿਹੜੇ ਤੇਰੇ ਬੰਦੇ ਨੇ ਬਰਾੜ ਤੇਰੇ ਸਿਪਾਹੀ, ਉਹਨਾਂ ਨੂੰ ਡਾਂਗਾ ਫੜਾ ਦੇ ਸਾਰਿਆਂ ਨੂੰ। ਆਹ 5-5 6-6 ਫੁੱਟ ਦੀਆਂ ਡਾਂਗਾ, 5-5 ਫੁੱਟੀਆਂ ਡਾਂਗਾ ਜਿਹੜੀਆਂ ਨੇ, ਉਹ ਆਪਣੇ ਸਾਰੇ ਸੂਰਮਿਆਂ ਨੂੰ ਫੜਾ ਦੇ। ਹੇਤ ਛੀਨ ਬੇ ਸੰਗਤ ਜਾਵਹੁ, ਤੇ ਉਹ ਸੰਗਤ ਆ ਰਹੀ ਆ ਸਾਡੀ, ਏਦਾਂ ਕਰੋ ਵੀ ਸੰਗਤ ਦੇ ਕੋਲੋਂ ਲੁੱਟ ਕੇ ਲਿਆਉਣਾ ਜੋ ਕੁਝ ਹੈ ਉਹਨਾਂ ਦੇ ਕੋਲ। ਮਹਾਰਾਜ ਜੀ ਜੰਗ ਕਰਨਾ ਸਿਖਾਉਂਦੇ ਵੀ ਜੇ ਤੁਹਾਨੂੰ ਲੁੱਟਣ ਆਵੇ ਤੇ ਤੁਸੀਂ ਆਪਣਾ ਆਪ ਕਿਵੇਂ ਬਚਾਉਣਾ। ਇਹ ਥੋੜੀ ਪਾਤਸ਼ਾਹ ਕਹਿੰਦੇ ਰੋਜ਼ ਹੀ ਤੁਸੀਂ ਆ ਕੇ ਸੁਣਾਉਂਦੇ ਜੀ ਸਾਨੂੰ ਸੂਬੇ ਸਰਹੰਦ ਨੇ ਲੁੱਟ ਲਿਆ ਜੀ, ਸੂਬੇ ਲਾਹੌਰ ਨੇ ਲੁੱਟ ਲਿਆ। ਮਹਾਰਾਜ ਕਹਿੰਦੇ ਕਦੇ ਇਹ ਵੀ ਸੁਣਾਓਗੇ ਆ ਕੇ ਵੀ ਉਹਨਾਂ ਨੂੰ ਲੁੱਟ ਕੇ ਲਿਆਏ ਆ ਅਸੀਂ। ਪਾਤਸ਼ਾਹ ਕਹਿੰਦੇ ਮੈਂ ਸ਼ਸਤਰਧਾਰੀ ਬਣਾਇਆ, ਸਿੰਘ ਬਣਾਇਆ ਆਪਣੇ ਖਾਲਸੇ ਨੂੰ। ਡੱਲੇ ਨੂੰ ਕਹਿੰਦੇ ਡੱਲਿਆ ਜਿਹੜੇ ਤੇਰੇ ਬੰਦੇ ਨੇ ਲੱਠ ਮਾਰ ਇਹਨਾਂ ਨੂੰ ਸਾਰਿਆਂ ਨੂੰ ਡਾਂਗਾ ਫੜਾ ਦੇ ਸਾਰਿਆਂ ਨੂੰ। ਔਰ ਜਿਹੜੀ ਸਾਡੀ ਸੰਗਤ ਆ ਰਹੀ ਹੈ ਉਸ ਸੰਗਤ ਨੂੰ ਜਾ ਕੇ ਤੁਸੀਂ ਲੁੱਟਣਾ, ਉਹਨਾਂ ਕੋਲ ਜੋ ਕੁਝ ਹੈ। ਲੇਹੋ ਵਸਤ ਸੋ ਨਹੀਂ ਗਵਾਵਹੁ, ਹਾਂ ਉਹਨਾਂ ਕੋਲ ਜਿਹੜੀਆਂ ਵਸਤੂਆਂ ਨੇ ਤੁਸੀਂ ਖੋਹ ਲੈਣੀਆਂ ਹਨ। ਅਬ ਸੰਗਰਾਮ ਕਰਨ ਸਿਖਰਾਵੇਂ, ਹੁਣ ਅਸੀਂ ਆਪਣੀ ਸੰਗਤ ਨੂੰ ਜੰਗ ਕਰਨਾ ਸਿਖਾਉਣਾ, ਯੁੱਧ ਕਰਨਾ ਸਿਖਾਉਣਾ। ਇਨ ਤੇ ਹੀ ਤੁਰਕਨ ਮਰਵਾਵੇਂ, ਇਹਨਾਂ ਕੋਲੋਂ ਹੀ ਤੁਰਕਾਂ ਨੂੰ ਮਰਵਾਉਣਾ, ਜਿਹੜੇ ਆ ਤੁਰਕ ਮਲੇਛ ਹਨ। ਉਤ ਕਹਿ ਪਠਿਓ ਸੰਗਤਾਂ ਮਾਹੀ, ਏਦਾਂ ਕਹਿ ਕੇ ਮਹਾਰਾਜ ਜੀ ਨੇ ਇਧਰ ਡੱਲੇ ਨੂੰ ਸਾਵਧਾਨ ਕਰ ਦਿੱਤਾ। ਇਹਦਾ 200-250-300 ਬੰਦਾ ਸੀ, ਸਾਰਿਆਂ ਨੂੰ ਡਾਂਗਾ ਫੜਾ ਦਿੱਤੀਆਂ ਵੀ ਤਲਵਾਰ ਨਹੀਂ ਮਾਰਨੀ ਕਿਸੇ, ਡਾਂਗਾ ਸਾਰਿਆਂ ਨੇ ਲੈ ਕੇ ਜਾਣਾ ਤੇ ਖੋਹਣਾ ਉਹਨਾਂ ਕੋਲ ਜੋ ਵਸਤੂਆਂ ਹਨ ਉਹਨਾਂ ਕੋਲ। ਉਧਰ ਸੰਗਤ ਨੂੰ ਮਹਾਰਾਜ ਜੀ ਨੇ ਸੁਨੇਹਾ ਭੇਜ ਦਿੱਤਾ, ਜਿਹੜੀ ਸੰਗਤ ਆ ਰਹੀ ਸੀ ਦਰਸ਼ਨਾਂ ਨੂੰ। ਕਲਗੀਧਰ ਜੀ ਨੇ ਇਹ ਬੈਰਾੜ ਹੁਕਮ ਮੈਂ ਨਾਹੀ, ਮਹਾਰਾਜ ਜੀ ਨੇ ਸੰਗਤ ਨੂੰ ਸੁਨੇਹਾ ਭੇਜਿਆ, ਸੰਗਤ ਜੀ ਆਹ ਬਰਾੜ ਸਾਡੇ ਹੁਕਮ 'ਚ ਨਹੀਂ ਹਨ। ਸੰਗਤ ਨੂੰ ਨਹੀਂ ਆਖਿਆ ਵੀ ਅਸੀਂ ਤੁਹਾਨੂੰ ਪ੍ਰੈਕਟਿਸ ਵਾਸਤੇ ਭੇਜਣ ਲੱਗੇ ਆ ਵੀ ਇਹ ਬੰਦੇ। ਉਹਨਾਂ ਨੂੰ ਮਹਾਰਾਜ ਜੀ ਨੇ ਇਸ ਤਰੀਕੇ ਨਾਲ ਕਿਹਾ ਵੀ ਇਹ ਜਿਹੜੇ ਬਰਾੜ ਨੇ ਡੱਲੇ ਦੇ ਨਾਲ ਦੇ, ਇਹ ਸਾਡੇ ਹੁਕਮ 'ਚ ਨਹੀਂ ਰਹੇ, ਸਾਡੀ ਆਗਿਆ ਨਹੀਂ ਮੰਨਦੇ। ਪਾਹੁਨ ਚਾਰੀ ਥਿਰੀ ਸਥਾਨਾ, ਅਸੀਂ ਤਾਂ ਇਹਨਾਂ ਦੇ ਘਰ ਪ੍ਰਾਹੁਣੇ ਬਣ ਕੇ ਟਿਕੇ ਹੋਏ ਆ, ਕੁਝ ਸਮੇਂ ਲਈ ਪ੍ਰਾਹੁਣਾਚਾਰੀ ਕਰਾ ਰਹੇ ਆ। ਆਵਹੁ ਅਗਰ ਬਨਹੁ ਸਵਧਾਨਾ, ਇਹ ਹੋ ਸਕਦਾ ਵੀ ਤੁਹਾਡੇ ਕੋਲ ਖੋਹਣ ਆਉਣ, ਤੁਹਾਨੂੰ ਲੁੱਟਣ ਆਉਣ, ਤੇ ਤੁਸੀਂ ਅੱਗੋਂ ਸਾਵਧਾਨ ਰਹਿਣਾ, ਤਿਆਰ ਬਰ ਤਿਆਰ ਰਹਿਣਾ। ਉਧਰ ਸੰਗਤ ਨੂੰ ਸੁਨੇਹਾ ਭੇਜ ਦਿੱਤਾ, ਵਸਤੂ ਨਹੀਂ ਖੁਸਾਵਨ ਕਰੀਏ, ਹੋ ਸਕਦਾ ਵੀ ਇਹ ਤੁਹਾਡੇ ਕੋਲੋਂ ਤੁਹਾਡੀਆਂ ਵਸਤੂਆਂ ਖੋਹਣ ਜਿਹੜੀਆਂ ਤੁਸੀਂ ਲੈ ਕੇ ਆ ਰਹੇ ਹੋ, ਤੇ ਤੁਸੀਂ ਖੋਹਣ ਨਹੀਂ ਦੇਣੀਆਂ ਇਹਨਾਂ ਕੋਲੋਂ। ਤਗੜੇ ਹੋਇਓ ਜੇ ਅੱਗੋਂ, ਸਾਵਧਾਨ ਹੋਇਓ ਜੇ ਅੱਗੋਂ। ਇਹ ਖੋਹਣ ਆਉਣਗੇ ਕਿਉਂਕਿ ਇਹ ਸਾਡੇ ਬਚਨ 'ਚ ਨਹੀਂ ਹਨ। ਮਹਾਰਾਜ ਜੀ ਲੀਲਾ ਵਰਤਾਈ, ਕੌਤਕ ਰਚਿਆ ਕਿ ਤੁਸੀਂ ਇਹਨਾਂ ਦੇ ਕੋਲੋਂ ਆਪਣੀਆਂ ਵਸਤੂਆਂ ਖਵਾਣੀਆਂ ਨਹੀਂ ਹਨ। ਜੇ ਖੋਹਣ ਆਉਣ ਤੇ ਅੱਗੋਂ ਪੂਰਾ ਇਹਨਾਂ ਦਾ ਮੁਕਾਬਲਾ ਕਰਨਾ। ਪੁਰਸ਼ਾਰਥ ਆਪਣੇ ਮਹਿ ਧਰੀਏ, ਆਪਣਾ ਪੁਰਸ਼ਾਰਥ ਧਰਨਾ, ਆਪਣਾ ਬਲ ਧਰਨਾ ਹੈ। ਇਤ ਤੇ ਡੱਲਾ ਲੈ ਨਰ ਘਨੇ, ਉਧਰ ਸੰਗਤ ਨੂੰ ਸੁਨੇਹਾ ਭੇਜ ਦਿੱਤਾ, ਇਧਰੋਂ ਡੱਲੇ ਨੂੰ ਮਹਾਰਾਜ ਜੀ ਨੇ ਸਿਪਾਹੀ ਦੇ ਕੇ ਭੇਜ ਦਿੱਤਾ, ਆਪਣੀਆਂ ਫੌਜਾਂ ਜਿਹੜੀਆਂ ਡੱਲੇ ਦੀਆਂ ਸਨ। ਡੱਲਾ ਲੈ ਕੇ ਚਲਾ ਗਿਆ। ਉਤ ਸੁਚੇਤ ਕਸ ਘਟ ਸਿੱਖ ਬਨੇ, ਉਧਰੋਂ ਸਿੰਘਾਂ ਨੇ ਵੀ ਜਿਹੜੀ ਸੰਗਤ ਆਉਂਦੀ ਸੋ ਨਾ ਵੀ ਕਮਰ ਕੱਸੇ ਕਰ ਲਿਓ ਵੀ ਜੇ ਬਰਾੜ ਆਏ ਸਾਨੂੰ ਲੁੱਟਣ ਤੇ ਅਸੀਂ ਵੀ ਅੱਗੋਂ ਚੰਗੀ ਤਰ੍ਹਾਂ ਮੁਕਾਬਲਾ ਕਰਨਾ।
ਕਿਉਂਕਿ ਉਹ ਆਮ ਸੰਗਤ ਸੀ, ਪਿੰਡਾਂ ਨਗਰਾਂ ਚੋਂ ਆਈ ਹੋਈ। ਸਿੱਧਾ ਤੁਰਕਾਂ ਨਾਲ ਨਹੀਂ ਸਨ ਲੜ ਸਕਦੇ। ਮਹਾਰਾਜ ਜੀ ਨੇ ਪਹਿਲਾਂ ਸਿਖਾ ਦਿੱਤਾ ਵੀ ਬਰਾੜਾਂ ਨਾਲ ਤਾਂ ਲੜਨਗੇ ਨਾ ਜਦੋਂ ਆਉਣਗੇ, ਉਹ ਤਾਂ ਇਹਨਾਂ ਵਰਗੇ ਹੀ ਨੇ। ਤੁਰਕਾਂ ਤੋਂ ਤਾਂ ਉਦਾਂ ਡਰਦੇ ਨੇ ਵੀ ਉਹ ਤਾਂ ਸਿਪਾਹੀ ਨੇ ਜੀ, ਉਹਨਾਂ ਦਾ ਤਾਂ ਰਾਜ ਹੈ ਜੀ, ਤਾਂ ਡਰ ਹੁੰਦਾ। ਇਹਨਾਂ ਨਾਲ ਤਾਂ ਲੜਨਗੇ। ਤੋ ਸੰਗਤ ਨੂੰ ਮਹਾਰਾਜ ਜੀ ਨੇ ਬਲੀ ਬਣਾਉਣ ਵਾਸਤੇ, ਉਹਨਾਂ ਦਾ ਮਨੋਬਲ ਵਧਾਉਣ ਲਈ ਇਹ ਸਾਰੀ ਲੀਲਾ ਪਾਤਸ਼ਾਹ ਨੇ ਰਚ ਦਿੱਤੀ। ਡੱਲਾ ਆਪਣੇ ਸਿਪਾਹੀ ਲੈ ਕੇ ਇਧਰੋਂ ਟੁਰਿਆ, ਉਧਰੋਂ ਸੰਗਤ ਨੇ ਕਮਰ ਕੱਸੇ ਕਰ ਲਏ ਜਿਹੜੀ ਆ ਰਹੀ ਸੀ। ਭਇਓ ਭੇਰ ਦੁਹਨ ਦਿਸ਼ ਕੇਰਾ, ਇਹ ਜਾ ਕੇ ਡਾਂਗਾ ਲੈ ਕੇ ਮਾਰਨ ਪਏ ਉਹਨਾਂ ਕੋਲੋਂ ਖੋਣ ਵਾਸਤੇ। ਉਹ ਅੱਗੋਂ ਉਹਨਾਂ ਵੀ ਤਿਆਰ ਬਰ ਤਿਆਰ ਹੋ ਕੇ ਮੁਕਾਬਲਾ ਕੀਤਾ। ਪਰਿਓ ਰੌਰ ਇੱਕ ਬਾਰ ਬਡੇਰਾ, ਬਸ ਇੱਕ ਵਾਰੀ ਤਾਂ ਜੰਗ ਦਾ ਹੀ ਮਾਹੌਲ ਬਣ ਗਿਆ, ਇੱਕਦਮ ਰੌਲਾ ਪੈ ਗਿਆ। ਉੱਚੇ ਥਲ ਸਤ ਗੁਰ ਤਬ ਥਿਰੇ, ਕਲਗੀਧਰ ਜੀ ਇਧਰ ਉੱਚੇ ਥਾਂ ਤੇ ਖਲੋਤੇ ਵੇਖਦੇ ਆ ਤਮਾਸ਼ਾ। ਮਹਾਰਾਜ ਜੀ ਤੱਕ ਰਹੇ ਨੇ, ਵੇਖ ਰਹੇ ਨੇ। ਦੇਖ ਦੇਖ ਬਿਕਸੈ ਮੁਦ ਭਰੇ, ਮਹਾਰਾਜ ਜੀ ਵੇਖ ਵੇਖ ਕੇ ਹੱਸਦੇ ਆ ਵੀ ਆਹ ਕਹਿੰਦੇ ਸੀ ਸਾਨੂੰ ਲੜਨਾ ਨਹੀਂ ਆਉਂਦਾ ਜੀ, ਅਸੀਂ ਲੜ ਨਹੀਂ ਸਕਦੇ, ਹੁਣ ਕਿਵੇਂ ਲੜ ਰਹੇ ਨੇ। ਕਲਗੀਧਰ ਪਾਤਸ਼ਾਹ ਸੰਗਤ ਦੇ ਵਿੱਚ ਕਲਾ ਭਰ ਰਹੇ ਨੇ, ਲੜਨ ਦਾ, ਜੰਗ ਕਰਨ ਦਾ ਵੱਲ ਸਿਖਾ ਰਹੇ ਨੇ। ਤੇ ਮਹਾਰਾਜ ਸੱਚੇ ਪਾਤਸ਼ਾਹ ਉੱਚੇ ਟਿੱਬੇ ਤੇ ਖਲੋਤੇ ਵੇਖਦੇ ਨੇ ਕਿ ਜਦੋਂ ਇਹ ਵੀ ਬਰਾੜ ਸੀ, ਯੋਧੇ ਸੀ, ਉਧਰੋਂ ਸੰਗਤ ਵੀ ਪੂਰਾ ਡਟ ਕੇ, ਅੱਗੋਂ ਸਿੱਖ ਵੀ ਮੁਕਾਬਲਾ ਕਰਨ, ਮਾਈਆਂ ਨੇ ਵੀ ਕਮਰ ਕੱਸੇ ਕੀਤੇ ਹੋਏ, ਉਹ ਵੀ ਨੇੜੇ ਨਾ ਲੱਗਣ ਦੇਣ, ਡਾਂਗਾ ਉਹਨਾਂ ਦੇ ਵੀ ਹੱਥਾਂ ਦੇ ਵਿੱਚ ਤਿਆਰ ਬਰ ਤਿਆਰ ਹੋ ਕੇ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਵੇਖ ਕੇ ਬੜੇ ਪ੍ਰਸੰਨ ਹੋ ਰਹੇ ਨੇ। ਇਹ ਖੋ ਸਤਿਓ ਨਹੀਂ ਖੁਸਾਵੈ, ਇਹ ਜਿਹੜੇ ਬਰਾੜ ਗਏ ਨੇ ਡੱਲੇ ਦੇ ਨਾਲ, ਇਹ ਖੋਂਦੇ ਨੇ ਤੇ ਸੰਗਤ ਖੋਣ ਨਹੀਂ ਦਿੰਦੀ ਆਪਣੀਆਂ ਵਸਤੂਆਂ। ਹੇਲ ਕਰਹਿ ਇੱਕ ਝੇਲਤ ਜਾਵੇ, ਕਹਿੰਦੇ ਇਦਾਂ ਦੀ ਖੇਡ ਹੋ ਰਹੀ ਆ, ਉਹ ਹੱਲਾ ਕਰਦੇ ਨੇ ਬਰਾੜ ਤੇ ਉਹ ਇਹਨਾਂ ਦਾ ਹੱਲਾ ਚੱਲਦੇ ਹਨ। ਸ਼ਸਤਰਨ ਮਾਰੈ ਦੋਨੋਂ ਦਿਸ਼ ਮਹਿ, ਦੋਹਾਂ ਪਾਸਿਓਂ ਸ਼ਸਤਰ ਚੱਲਦੇ, ਡਾਂਗਾ ਸੋਟੇ ਚੱਲਦੇ ਨੇ। ਬਲ ਕੋ ਕਰਤ ਭਿਰਤੇ ਆਪਸ ਮਹਿ, ਇਹ ਤਾਂ ਆਪਸ ਵਿੱਚ ਭਿੜਦੇ ਨੇ, ਮਾਰ ਮਾਰ ਡਾਂਗਾ। ਮੇਰੇ ਨਿਕਟ ਤਿਨ ਗੁਰੂ ਸੁਨਾਵੈ, ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਕੋਲ ਹੀ ਥਿਰੇ ਤੇ ਸੁਣਾਉਂਦੇ ਉੱਚੀ ਆਵਾਜ਼ ਵਿੱਚ। ਇਮ ਤੁਰਕਨ ਸਨ ਜੰਗ ਮਚਾਵੇ, ਮਹਾਰਾਜ ਜੀ ਉੱਚੀ ਆਵਾਜ਼ 'ਚ ਕਹਿੰਦੇ ਸੰਗਤ ਜੀ ਜਿਵੇਂ ਨਾ ਬਰਾੜਾਂ ਨਾਲ ਲੜਦੇ ਹੋ, ਏਦਾਂ ਤੁਰਕਾਂ ਨਾਲ ਲੜਨਾ ਜੇ ਕੱਲ ਨੂੰ ਫਿਰ ਤੁਹਾਨੂੰ ਲੁੱਟਣ ਆਉਣ। ਪਾਤਸ਼ਾਹ ਹੁਣ ਬੋਲੇ, ਕਹਿੰਦੇ ਏਦਾਂ ਲੜਨਾ ਜਿਵੇਂ ਹੁਣ ਲੜਦੇ ਹੋ, ਏਦਾਂ ਮੁਕਾਬਲਾ ਕਰਨਾ, ਖੋਣ ਨਹੀਂ ਦੇਣੀਆਂ ਆਪਣੀਆਂ ਵਸਤੂਆਂ। ਮਾਰਨ ਮਰਨ ਹਜ਼ਾਰਨ ਹੋਏ, ਕਹਿੰਦੇ ਮਾਰਨਾ ਮਰਨਾ ਹਜ਼ਾਰਾਂ ਦਾ ਹੋਵੇਗਾ, ਮਰਨਾ ਤਾਂ ਹੈ ਹੀ ਆ, ਫਿਰ ਗੈਰਤ ਨਾਲ ਮਰੋ। ਪਾਤਸ਼ਾਹ ਕਹਿੰਦੇ ਮਰ ਤਾਂ ਜਾਣਾ ਹੀ ਆ, ਤੇ ਜੇ ਮਰਨਾ ਤੇ ਸੂਰਮਿਆਂ ਦੀ ਮੌਤ ਮਰੋ। ਰਾਜ ਲਹੇ ਸਿੰਘ ਬਨ ਸਭ ਕੋਏ, ਪਾਤਸ਼ਾਹ ਕਹਿੰਦੇ ਮਾਰਨਾ ਮਰਨਾ ਹਜ਼ਾਰਾਂ ਦਾ ਹੋਵੇਗਾ, ਜਿਹੜਾ ਸਿੰਘ ਬਣੇਗਾ ਖਾਲਸਾ ਸਜੇਗਾ, ਇਸੇ ਤਰ੍ਹਾਂ ਇਹਨਾਂ ਮਲੇਛਾਂ ਨਾਲ ਲੜ ਕੇ ਨਾ ਕੋਲ ਰਾਜ ਖੋਵੇਗਾ, ਰਾਜ ਪ੍ਰਾਪਤ ਕਰੇਗਾ। ਬਿਰਤ ਇਸੀ ਬਿਦ ਸੰਗਤ ਆਈ, ਮਹਾਰਾਜ ਜੀ ਦੇ ਬਚਨ ਏਦਾਂ ਹੋਏ। ਉਧਰੋਂ ਸੰਗਤ ਏਦਾਂ ਭਿੜਦਿਆਂ ਬਰਾੜਾਂ ਦੇ ਨਾਲ ਇੱਕ ਪੈਸੇ ਦੀ ਵਸਤੂ ਨਹੀਂ ਖੋਣ ਦਿੱਤੀ ਬਰਾੜਾਂ ਨੂੰ, ਹਾਲਾਂਕਿ ਵੀ ਬੜੇ ਸੂਰਮੇ ਸਨ। ਤਾਂ ਸੰਗਤ ਵੀ ਸਾਵਧਾਨ ਹੋ ਕੇ, ਉਹ ਜਿੰਨਾ ਉਹਨਾਂ ਕੋਲ ਰਾਗ ਸਾਗ ਸੀ, ਆਹ ਮਾੜੀਆਂ ਮੋਟੀਆਂ ਡਾਂਗਾ ਡੂੰਗਾ ਤਾਂ ਲੱਗੀਆਂ, ਲਾਸ਼ਾਂ ਲੂਸ਼ਾਂ ਪਈਆਂ ਹੋਈਆਂ, ਨੀਲ ਪਏ ਹੋਏ ਕਈਆਂ ਦੇ ਸਰੀਰਾਂ ਤੇ, ਪਰ ਆਏ ਤਿਆਰ ਬਰ ਤਿਆਰ ਹੋ ਕੇ ਬੜੀ ਖੁਸ਼ੀ ਨਾਲ ਕਿ ਅਸੀਂ ਜੰਗ ਜਿੱਤ ਕੇ ਆਏ ਹਾਂ। ਗੁਰਪਦ ਕਮਲਨ ਸੀਸ ਝੁਕਾਈ, ਆ ਕੇ ਸਾਰੀ ਸੰਗਤ ਨੇ ਬਾਜਾਂ ਵਾਲੇ ਚੋਜੀ ਪ੍ਰੀਤਮ ਦੇ ਚਰਨਾਂ ਤੇ ਸੀਸ ਝੁਕਾਇਆ, ਮੱਥਾ ਟੇਕਿਆ। ਆਸਵਾਸਨ ਕਰ ਬਹੁਰ ਬਖਾਨਾ, ਪਾਤਸ਼ਾਹ ਜੀ ਨੇ ਏਦਾਂ ਸਾਰੀ ਸੰਗਤ ਨੂੰ ਆਸ਼ਵਾਸਨ ਦਿੱਤਾ, ਧੀਰਜ ਦੇ ਕੇ ਬੋਲੇ। ਇਮ ਸ਼ਤੁਰਨ ਸਨ ਬਨ ਸਵਧਾਨਾ, ਮਹਾਰਾਜ ਜੀ ਕਹਿੰਦੇ ਸੰਗਤ ਜੀ ਤੁਹਾਨੂੰ ਆਉਣ ਵਾਲੇ ਸਮਿਆਂ ਵਿੱਚ ਵੀ ਇਹ ਮਲੇਛ ਤੰਗ ਕਰਨਗੇ ਰਸਤੇ 'ਚ। ਪਾਤਸ਼ਾਹ ਸੰਗਤ ਨੂੰ, ਸਿੰਘਾਂ ਨੂੰ ਆਪ ਸક્ષਮ ਕਰ ਰਹੇ ਨੇ ਵੀ ਅਸੀਂ ਕਿੰਨਾ ਚਿਰ ਇੱਥੇ ਰਹਿਣਾ ਸਰੀਰ ਕਰਕੇ, ਆਉਣ ਵਾਲੇ ਸਮੇਂ 'ਚ ਤੁਸੀਂ ਜੂਝਣਾ ਹੈ। ਗਰੀਬ ਨਵਾਜ ਪਾਤਸ਼ਾਹ ਕਹਿੰਦੇ ਸੰਗਤ ਜੀ ਜਿਵੇਂ ਅੱਜ ਲੜੇ ਹੋ, ਏਦਾਂ ਹੀ ਮਲੇਛਾਂ ਦੇ ਨਾਲ ਆਉਣ ਵਾਲੇ ਸਮੇਂ ਵਿੱਚ ਲੜ ਕੇ ਡਟ ਕੇ ਮੁਕਾਬਲਾ ਕਰਨਾ। ਸ਼ਸਤਰਨ ਗੈ ਸੰਘਾਰਨ ਕਰੀਏ, ਇੱਥੇ ਤਾਂ ਅੱਜ ਡਾਂਗਾਂ ਚੱਲੀਆਂ ਨੇ, ਮੁੜ ਕੇ ਤਲਵਾਰਾਂ ਬੰਦੂਕਾਂ ਚੱਲਣੀਆਂ ਨੇ, ਔਰ ਜਿਹੜਾ ਦੁਸ਼ਮਣ ਆਵੇ ਮਾਰ ਕੇ ਪਾਰ ਬਲਾ ਦਿਓ, ਉਹਦਾ ਸੋਹਿਲਾ ਨਾਲ ਹੀ ਪੜ ਦਿਓ ਜਿਹੜਾ ਤੁਹਾਡੇ ਤੇ ਚੜ ਕੇ ਆਵੇ। ਆਪਣਾ ਆਪ ਉਬਾਰਨ ਧਰੀਏ, ਔਰ ਆਪਣਾ ਆਪ ਬਚਾਉਣਾ। ਜੇ ਕੋਈ ਹਮਲਾਵਰ ਹੋ ਕੇ ਆਉਂਦਾ ਚੜ ਕੇ, ਉਹਨੂੰ ਮਾਰਨਾ ਯੋਗ ਹੈ, ਉਹਨੂੰ ਮਾਰਨਾ ਹਿੰਸਾ ਨਹੀਂ ਹੈ। ਜੇ ਕੋਈ ਹਮਲਾਵਰ ਚੜ ਕੇ ਆਉਂਦਾ ਉਹਨੂੰ ਮਾਰ ਦੇਣਾ, ਇਹੀ ਯੋਗ ਵਿਧਾਨ ਹੈ।
ਇਸ ਕਰਕੇ ਪਾਤਸ਼ਾਹ ਕਹਿੰਦੇ ਭਾਈ ਆਪਣਾ ਆਪ ਬਚਾਉਣਾ ਤੇ ਦੁਸ਼ਮਣ ਨੂੰ ਮਾਰਨਾ। ਪੁਨ ਸਤਿਗੁਰ ਕਰਵਾਏ ਕਰਾਹੂ। ਏਦਾਂ ਸਤਿਗੁਰੂ ਜੀ ਨੇ ਫਿਰ ਲੀਲਾ ਵਰਤਾਈ। ਸੰਗਤ ਨੂੰ ਜੰਗ ਕਰਨਾ ਸਿਖਾਉਂਦੇ ਆ, ਲੁੱਟ ਮਾਰ ਕਰਨਾ ਸਿਖਾਉਂਦੇ। ਲੁੱਟ ਮਾਰ ਦਾ ਮਤਲਬ ਸ਼ੇਰ ਪੰਜਾ, ਵੀ ਕਿਵੇਂ ਆਪਣਾ ਆਪ ਬਚਾਉਣਾ, ਫੁਰਤੀ ਸਿਖਾਉਂਦੇ ਆ। ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਨੇ ਕੜਾਹ ਪ੍ਰਸ਼ਾਦ ਦੀਆਂ ਖੁੱਲੀਆਂ ਦੇਗਾਂ ਤਿਆਰ ਕਰਵਾਈਆਂ, ਵੱਡੇ ਵੱਡੇ ਕੜਾਏ ਭਰਾ ਦਿੱਤੇ। ਇੱਕ ਦਿਸ਼ ਸਭ ਤਰਵਾਇਓ ਤਾਹੂ। ਇੱਕ ਪਾਸੇ ਉਹ ਸਾਰੇ ਕੜਾਏ ਕੜਾਹ ਪ੍ਰਸ਼ਾਦ ਦੇ ਭਰ ਕੇ ਰਖਾ ਦਿੱਤੇ। ਹੁਕਮ ਕਰਿਓ ਲੂਟੋ ਸਭ ਜਾਈ। ਹੁਕਮ ਕੀਤਾ ਜਾਓ ਜਾ ਕੇ ਕੜਾਹ ਪ੍ਰਸ਼ਾਦ ਦੀਆਂ ਦੇਗਾਂ ਲੁੱਟ ਲਓ। ਸੁਣ ਕਰ ਪਰਿਓ ਖਾਲਸਾ ਧਾਈ। ਸੁਣ ਕੇ ਜਿੰਨੇ ਸਿੰਘ ਸਨ ਸਾਰੇ ਤਿਆਰ ਬਰ ਤਿਆਰ ਹੋ ਕੇ ਕੜਾਹ ਪ੍ਰਸ਼ਾਦ ਦੀ ਦੇਗ ਨੂੰ ਲੁੱਟਣ ਪਏ। ਬਲ ਕੋ ਕਰੈ ਧਕੇਲਨ ਤਵੈ। ਬਲ ਨਾਲ ਇੱਕ ਦੂਜੇ ਨੂੰ ਧੱਕ ਕੇ ਪਰੇ ਹੁੰਦ ਕਰਦੇ ਹਨ। ਅਧਿਕ ਤਿਹਾਵਲ ਲੂਟਤ ਸਵੈ। ਔਰ ਖੁੱਲੀ ਦੇਗ ਕੜਾਹ ਪ੍ਰਸ਼ਾਦ ਦੀ ਲੁੱਟਦੇ ਹਨ। ਫੇਰ ਕਰਾਇਓ ਫੇਰ ਲੁਟਾਇਓ। ਮਹਾਰਾਜ ਜੀ ਨੇ ਫਿਰ ਦੁਬਾਰਾ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰਵਾਈ, ਫੇਰ ਲੁਟਾਈ। ਕੇਤਿਕ ਰਹੇ ਥਿਰ ਹੱਥ ਨਾ ਲਾਇਓ। ਕੁਝ ਕੁ ਸਿੰਘ ਜਿਹੜੇ ਸਨ ਉਹ ਬੈਠੇ ਰਹੇ, ਉਹ ਨਹੀਂ ਗਏ ਕੜਾਹ ਪ੍ਰਸ਼ਾਦ ਦੀ ਦੇਗ ਲੁੱਟਣ। ਸ਼੍ਰੀ ਮੁਖ ਬੂਝਿਓ ਲੁਟਿਓ ਨਾ ਕੈਸੇ। ਉਹਨਾਂ ਸਿੰਘਾਂ ਨੂੰ ਮਹਾਰਾਜ ਜੀ ਕਹਿੰਦੇ ਵੀ ਤੁਸੀਂ ਕਿਉਂ ਨਹੀਂ ਲੁੱਟਣ ਗਏ? ਹਮਰੇ ਨਿਕਟ ਰਹੇ ਤੁਮ ਬੈਸੇ। ਤੁਸੀਂ ਸਾਡੇ ਕੋਲ ਹੀ ਬੈਠੇ ਰਹੇ ਹੋ, ਤੁਸੀਂ ਕਿਉਂ ਨਹੀਂ ਗਏ? ਹੱਥ ਜੋੜ ਤਿਨ ਬਿਨੈ ਬਖਾਨੀ। ਹੱਥ ਜੋੜ ਕੇ ਉਹਨਾਂ ਸਿੰਘਾਂ ਨੇ ਬੇਨਤੀ ਕੀਤੀ, ਸਤਿਗੁਰਾਂ ਨੂੰ ਕਹਿਣ ਲੱਗੇ ਬੰਟੇ ਤੇ ਜੋ ਪ੍ਰਾਪਤ ਪਾਨੀ। ਮਹਾਰਾਜ ਜੀ ਜੋ ਵੰਡਿਆ ਸਾਡੇ ਹੱਥ ਮਿਲੇਗਾ, ਜੋ ਸਾਨੂੰ ਵੰਡੇ ਦੇ ਵਿੱਚ ਪ੍ਰਾਪਤ ਹੋਵੇਗਾ, ਸੋ ਹਮ ਖੈ ਹੈ ਲੋਭ ਨ ਧਾਰ ਹੈ। ਉਹ ਮਹਾਰਾਜ ਅਸੀਂ ਛਕ ਲਵਾਂਗੇ, ਅਸੀਂ ਲਾਲਚ ਨਹੀਂ ਕਰਨਾ, ਲੋਭ ਨਹੀਂ ਰੱਖਣਾ। ਸੁਨ ਸ਼੍ਰੀ ਮੁਖ ਤੇ ਗੁਰੂ ਉਚਾਰ ਹੈ। ਸੁਣ ਕੇ ਕਲਗੀਧਰ ਪਾਤਸ਼ਾਹ ਜੀ ਬੋਲੇ, ਕਹਿਣ ਲੱਗੇ ਧੰਨ ਖਾਲਸਾ ਹੋਇ ਬਿਦ ਦੋਏ। ਮਹਾਰਾਜ ਜੀ ਕਹਿੰਦੇ ਧੰਨ ਹੈ ਗੁਰੂ ਕਾ ਖਾਲਸਾ। ਖਾਲਸਾ ਵੀ ਦੋ ਪ੍ਰਕਾਰ ਦਾ ਹੋਵੇਗਾ। ਸਤ ਸੰਤੋਖੀ ਵੀ ਬਹੁ ਹੋਏ। ਇਹੋ ਜਿਹੇ ਸਤ ਸੰਤੋਖੀ ਵੀ ਬਹੁਤ ਹੋਣਗੇ ਖਾਲਸੇ ਵਿੱਚ, ਜਿਨ੍ਹਾਂ ਨੂੰ ਕੋਈ ਕਾਂਖਾ ਨਾ ਹੋਵੇਗੀ, ਮਨ 'ਚ ਕੋਈ ਇੱਛਾ ਨਾ ਹੋਵੇਗੀ। ਬਾਹਰ ਲੁਟੇਰੇ ਭੀ ਵਿੱਚ ਬਨੈ। ਤੇ ਕਹਿੰਦੇ ਜਿਹੜੇ ਖਾਲਸੇ ਦਾ ਰਾਜ ਕਰਨ ਦਾ ਦਾਵਾ ਕਰਨ ਵਾਲੇ ਵੀ ਹੋਣਗੇ, ਦੋਵੇਂ ਹੀ ਹੋਣਗੇ ਖਾਲਸੇ 'ਚ। ਜਿਹੜੇ ਜਾ ਕਰਕੇ ਦੁਸ਼ਮਣ ਦੇ ਕੋਲੋਂ ਵੀ ਖੋਹ ਕੇ ਲੈ ਕੇ ਆਉਣ ਵਾਲੇ ਵੀ ਹੋਣਗੇ, ਤੇ ਸਬਰ ਤੇ ਸੰਤੋਖ ਨਾਲ ਬੈਠੇ ਭਜਨ ਕਰਨ ਵਾਲੇ ਵੀ ਹੋਣਗੇ। ਖਾਲਸੇ ਦੋਵੇਂ ਪ੍ਰਕਾਰ ਦੇ ਹੋਣਗੇ। ਜਿਹੜੇ ਜਾ ਕੇ ਦੁਸ਼ਮਣ ਕਸੂਰ ਨੂੰ ਵੀ ਦਿਨੇ ਜਾ ਕੇ ਲੁੱਟ ਲਿਆਉਣਗੇ। ਦਿਨੇ ਦੁਪਹਿਰੇ ਕਸੂਰ ਇਹੋ ਜਿਹਾ ਵੱਡਾ ਸ਼ਹਿਰ ਸੀ, ਤੁਸੀਂ ਹੈਰਾਨ ਹੋਵੋਗੇ ਕਿ ਉਹਨਾਂ ਨੂੰ ਲੜਨ ਦਾ ਵੀ ਮੌਕਾ ਨਹੀਂ ਦਿੱਤਾ। ਖਾਲਸੇ ਨੇ ਦੁਪਹਿਰ ਦੇ ਸਮੇਂ ਜਾ ਕਰਕੇ ਕਸੂਰ ਜਾ ਕੇ ਲੁੱਟ ਕੇ ਕਬਜ਼ੇ ਵਿੱਚ ਕਰ ਲਿਆਂਦਾ ਸੀ। ਮਹਾਰਾਜ ਜੀ ਕਹਿੰਦੇ ਇਹੋ ਜਿਹੇ ਵੀ ਹੋਣਗੇ ਜਿਹੜੇ ਲੁੱਟ ਕੇ ਲੈ ਆਉਣ ਵਾਲੇ ਖਾਲਸਾ, ਤੇ ਸਬਰ ਤੇ ਸੰਤੋਖ ਨਾਲ ਬਹਿਣ ਵਾਲੇ। ਨਵਾਬ ਕਪੂਰ ਸਿੰਘ ਜੀ ਵਰਗਿਆਂ ਨੂੰ ਜਦੋਂ ਕਿਹਾ ਜੀ ਤੁਸੀਂ ਨਵਾਬੀ ਲੈ ਲਓ, ਕਹਿੰਦੇ ਮੈਂ ਕੀ ਕਰਨੀ, ਅਸੀਂ ਕੀ ਕਰਨੀ। ਸਬਰ ਵਾਲੇ ਵੀ ਹੋਣਗੇ, ਦੋਵਾਂ ਪ੍ਰਕਾਰ ਦੀਆਂ ਬਿਰਤੀਆਂ ਵਾਲੇ ਹੋਣਗੇ। ਥਿਰੈ ਅਨਿਕ ਪੀ ਸਿੱਖੀ ਸਨੈ। ਮਹਾਰਾਜ ਜੀ ਕਹਿੰਦੇ ਏਦਾਂ ਸਿੱਖੀ ਦੇ ਸਹਿਤ ਥਿਰ ਰਹਿਣਗੇ। ਪੁਨ ਅੰਮ੍ਰਿਤ ਕੇ ਕਰੈ ਕਰਾਹੇ। ਏਦਾਂ ਸਤਿਗੁਰੂ ਜੀ ਚੋਜ ਕਰਦੇ ਆ। ਕਲਾ ਇਹ ਮਹਾਰਾਜ ਜੀ ਦੇ ਚੋਜ ਨੇ, ਜਿਹੜੇ ਸਤਿਗੁਰੂ ਜੀ ਨੂੰ ਸਮਝ ਆਉਂਦੇ ਆ, ਜਾਂ ਜਿਹੜੇ ਗੁਰੂ ਚਰਨਾਂ ਵਿੱਚ ਭੇਦ ਹੋ ਗਏ ਉਹ ਸਮਝਦੇ ਆ। ਮਹਾਰਾਜ ਜੀ ਕੀ ਕਰਦੇ? ਅੰਮ੍ਰਿਤ ਦੇ ਕੜਾਏ ਤਿਆਰ ਕਰਦੇ, ਖੰਡਾ ਫੇਰਦੇ ਵਿੱਚ, ਨਾਲ ਬਾਣੀ ਪੜ੍ਹਦੇ, ਪਤਾਸੇ ਪਾ ਲੈਂਦੇ ਆ, ਤੇ ਅੰਮ੍ਰਿਤ ਦੇ ਕੜਾਏ ਤਿਆਰ ਕਰਕੇ ਦਤ ਪ੍ਰਵਾਹੋ ਸਰੋਵਰ ਮਾਹੇ। ਜਿੱਥੇ ਲਿਖਣਸਰ ਸਰੋਵਰ ਹੈ ਨਾ, ਦਮਦਮਾ ਸਾਹਿਬ, ਪਾਤਸ਼ਾਹ ਉਹਦੇ 'ਚ ਪਵਾ ਦਿੰਦੇ ਆ, ਤਿਆਰ ਕਰਾਉਂਦੇ ਆ। ਕਦੇ ਮੋਜ ਆਉਂਦੀ ਕਰਕੇ ਤਿਆਰ, ਕਦੇ ਸਿੰਘਾਂ ਨੂੰ ਕਹਦੇ ਵੀ ਤਿਆਰ ਕਰੋ ਕੜਾਇਆ ਅੰਮ੍ਰਿਤ ਦਾ, ਉਹਦੇ ਵਿੱਚ ਮਹਾਰਾਜ ਜੀ ਪਵਾ ਦਿੰਦੇ ਐ। ਤਬ ਸਿੰਘਨ ਕਰ ਜੋਰ ਸੋ ਬੂਝੈ। ਸਿੰਘਾਂ ਨੇ ਹੱਥ ਜੋੜ ਕੇ ਸਤਿਗੁਰੂ ਜੀ ਨੂੰ ਪੁੱਛਿਆ, ਇਦਾਂ ਦਾ ਕੌਤਕ ਕਰਦੇ ਆ ਵੇਖ ਕੇ, ਪ੍ਰਭ ਜੀ ਕਾਰਨ ਕੌਣ ਅਰੂਜੈ। ਮਹਾਰਾਜ ਜੀ ਇਹ ਕਿਹੜੀ ਖੇਡ ਚਾਪ ਜੀ ਰੁੱਝੇ ਹੋਏ ਹੋ, ਸਾਨੂੰ ਇਸ ਗੱਲ ਦੀ ਸਮਝ ਨਹੀਂ ਪੈਂਦੀ। ਨਿਤ ਪ੍ਰਤ ਅੰਮ੍ਰਿਤ ਕਰ ਕਰ ਗੋਗੇਰੋ। ਆਪ ਜੀ ਨਿਤਾ ਪ੍ਰਤੀ ਅੰਮ੍ਰਿਤ ਦਾ ਬਾਟਾ ਤਿਆਰ ਕਰਦੇ ਹੋ, ਕੜਾਇਆ ਤਿਆਰ ਕਰਦੇ ਹੋ ਅੰਮ੍ਰਿਤ ਦਾ, ਤੇ ਆਪ ਜੀ ਇਹਨਾਂ ਸਰੋਵਰਾਂ ਦੇ ਵਿੱਚ ਆਪ ਜੀ ਉਹ ਅੰਮ੍ਰਿਤ ਪਾ ਦਿੰਦੇ ਹੋ। ਕਾਰਨ ਕੌਣ ਆਪਨੇ ਹੇਰੋ। ਮਹਾਰਾਜ ਜੀ ਦਾ ਕੀ ਕਾਰਨ ਹੈ, ਆਪ ਜੀ ਕਿਰਪਾ ਕਰਕੇ ਦੱਸੋ ਸਾਨੂੰ। ਤਬ ਸਤਿਗੁਰ ਸਭ ਸਾਥ ਬਖਾਨੀ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ, ਉਸ ਵੇਲੇ ਸਾਰਿਆਂ ਨੂੰ ਕਹਿਣ ਲੱਗੇ ਖਾਲਸੇ ਨੂੰ, ਇਹਾਂ ਖਾਲਸਾ ਸੁਮਣ ਵਾਨੀ। ਮਹਾਰਾਜ ਜੀ ਕਹਿੰਦੇ ਖਾਲਸਾ ਸੁੰਮੇ ਵਾਣੀ ਨਦੀ ਵਾਂਗੂ ਹੋਵੇਗਾ।
ਇੱਕ ਹੁੰਦੇ ਨੇ ਬਰਸਾਤੀ ਨਾਲੇ, ਜਿਹੜੇ ਬਰਸਾਤਾਂ ਨਾਲ ਹੀ ਭਰ ਕੇ ਵਗਦੇ। ਇੱਕ ਸੋਮੇ ਵਾਲੀਆਂ ਨਦੀਆਂ ਜਿਹੜੀਆਂ ਜਿੰਨਾ ਪਾਣੀ ਅੱਗੇ ਜਾਏ ਉਹਨਾਂ ਹੋਰ ਫੁੱਟ ਕੇ ਪਿੱਛੋਂ ਆ ਜਾਂਦਾ ਹੈ। ਮਹਾਰਾਜ ਜੀ ਕਹਿੰਦੇ ਜਿਹੜੇ ਅੰਮ੍ਰਿਤ ਦੇ ਕੜਾਹੇ ਭਰ ਕੇ ਪਾ ਰਹੇ ਆ ਨਾ, ਇਹ ਮਾਲਵੇ ਦੇ ਇਲਾਕੇ 'ਚ ਸੋਮੇਵਾਣੀ ਨਦੀਆਂ ਬਣ ਕੇ ਖਾਲਸੇ ਨੇ ਬਹਿਣਾ। ਇੱਥੇ ਬੇਅੰਤ ਖਾਲਸਾ ਹੋਵੇਗਾ। ਕਲਗੀਧਰ ਦੇ ਬਚਨਾਂ ਦਾ ਇਹ ਪ੍ਰਤਾਪ ਜਦੋਂ ਪਾਤਸ਼ਾਹ ਜੋਤੀ ਜੋਤ ਸਮਾ ਗਏ, ਉਸ ਤੋਂ ਬਾਅਦ ਤਕਰੀਬਨ ਇਹ ਮਾਲਵੇ ਦਾ ਸਾਰਾ ਇਲਾਕਾ ਹੀ ਗੁਰਸਿੱਖੀ ਦੇ ਵਿੱਚ, ਗੁਰੂ ਖਾਲਸੇ ਦੇ ਵਿੱਚ ਆਣ ਰਲਿਆ। ਜਦੋਂ ਗੁਰਦੇਵ ਗਏ ਨੇ ਉਦੋਂ ਸਿੱਖੀ ਬਹੁਤ ਘੱਟ ਸੀ ਮਾਲਵੇ 'ਚ। ਨੌਵੇਂ ਪਾਤਸ਼ਾਹ ਜਦੋਂ ਗਏ ਉਹ ਪਹਿਲਾਂ ਬੀਜ ਗਏ। ਪਿੱਛੇ ਕਥਾ ਸੁਣੀ ਆਪ ਜੀ ਨੇ, ਉਦੋਂ ਕਈਆਂ ਨੇ ਤਾਂ ਸਾਹਿਬ ਦਾ ਸਤਿਕਾਰ ਵੀ ਨਾ ਕੀਤਾ। ਕਲਗੀਧਰ ਪਾਤਸ਼ਾਹ ਨੇ ਫਿਰ ਸੋਮੇਵਾਣੀ ਨਦੀ ਬਣਾ ਦਿੱਤਾ ਮਾਲਵੇ ਦੇ ਇਲਾਕੇ ਨੂੰ, ਵੀ ਸਿੱਖਾਂ ਦੀ ਸੋਮੇਵਾਣੀ ਨਦੀ ਹੋਵੇਗੀ। ਰਤਨ ਸਿੰਘ ਭੰਗੂ ਜੀ ਨੇ ਪ੍ਰਾਚੀਨ ਪੰਥ ਪ੍ਰਕਾਸ਼ ਵਿੱਚ ਸਮੁੱਚੇ ਖਾਲਸੇ ਪੰਥ ਨੂੰ ਸੋਮੇਵਾਣੀ ਨਦੀ ਕਿਹਾ। ਜਦੋਂ ਵੱਡੇ ਕੱਲੂ ਘਾਰੇ ਵਿੱਚ ਹਜ਼ਾਰਾਂ ਸਿੰਘ ਸਿੰਘਣੀਆਂ ਸ਼ਹੀਦ ਹੋਏ ਤਾਂ ਭਾਈ ਰਤਨ ਸਿੰਘ ਜੀ ਕਹਿੰਦੇ ਖਾਲਸਾ ਹੈ ਜੋ ਸੋਮੇਵਾਣੀ ਨਦੀ। ਕਹਿੰਦੇ ਖਾਲਸਾ ਇਦਾਂ ਜਿਵੇਂ ਸੋਮੇ ਵਾਲੀ ਨਦੀ, ਵੀ ਜਿੰਨਾ ਪਾਣੀ ਅੱਗੇ ਭਰ ਕੇ ਚਲਾ ਗਿਆ ਉਹਨਾਂ ਪਿੱਛੋਂ ਹੋਰ ਭਰਿਆ ਆਉਂਦਾ। ਕਹਿੰਦੇ ਆ ਮੁੱਕ ਗਏ ਆ, ਖਤਮ ਹੋ ਗਏ ਆ, ਮੁਕਾ ਦਿੱਤੇ ਨੇ, ਅਸੀਂ ਖਤਮ ਕਰ ਦਿੱਤੇ ਨੇ, ਉਹਨੇ ਹੋਰ ਪਿੱਛੇ ਪੈਦਾ ਹੋ ਕੇ ਆ ਜਾਂਦੇ ਹਨ। ਜਥੇਦਾਰ ਨਵਾਬ ਕਪੂਰ ਸਿੰਘ ਜੀ ਗੁਰੂ ਖਾਲਸੇ ਪੰਥ ਦੇ ਚੌਥੇ ਜਥੇਦਾਰ ਸਨ। ਜਥੇਦਾਰ ਨਵਾਬ ਕਪੂਰ ਸਿੰਘ ਜੀ ਪੰਥ ਦੇ, ਅਕਾਲ ਤਖਤ ਸਾਹਿਬ ਦੇ ਜਥੇਦਾਰ ਤੇ ਸ਼੍ਰੋਮਣੀ ਪੰਥ ਅਕਾਲੀ ਬੁੱਢੇ ਦਲ ਦੇ ਜਥੇਦਾਰ ਨਵਾਬ ਕਪੂਰ ਸਿੰਘ ਜੀ ਚੌਥੇ ਜਥੇਦਾਰ ਪੰਥ ਦੇ। ਮਾਫ ਕਰਨਾ, ਤੀਜੇ ਜਥੇਦਾਰ। ਚੌਥੇ ਸਰਦਾਰ ਜੱਸਾ ਸਿੰਘ ਜੀ ਆਹਲੂਵਾਲੀਆ ਜੀ ਸਨ। ਨਵਾਬ ਕਪੂਰ ਸਿੰਘ ਜੀ ਜਦੋਂ ਉਹਨਾਂ ਨੇ ਅੰਮ੍ਰਿਤ ਛਕਾਉਣਾ ਨਾ ਸਿੰਘਾਂ ਨੂੰ, ਜੰਗਲਾਂ ਵਿੱਚ ਹੀ ਪੜਾਅ ਹੁੰਦੇ ਸਨ, ਖੁੱਲੇ ਥਾਵਾਂ ਤੇ, ਨੀਲੀ ਆਕਾਸ਼ ਥੱਲੇ, ਤੇ ਅੰਮ੍ਰਿਤ ਦਾ ਬਾਟਾ ਤਿਆਰ ਕਰਨਾ ਸਿੰਘਾਂ ਨੇ। ਜਿਨ੍ਹਾਂ ਨੇ ਛਕਣਾ ਉਹਨਾਂ ਨੂੰ ਛਕਾ ਦੇਣਾ। ਜਿਹੜਾ ਬਾਟਾ ਵੱਧ ਜਾਣਾ ਨਾ ਅੰਮ੍ਰਿਤ ਦਾ ਵਿੱਚ ਰਹਿ ਜਾਣਾ ਅੰਮ੍ਰਿਤ, ਨਵਾਬ ਜੀ ਨੇ ਕੀ ਕਰਨਾ, ਉਹ ਛਿੱਟੇ ਨਾ ਝਾੜਾਂ ਦੇ ਉੱਤੇ ਇਦਾਂ ਫਿਰ ਕੇ, ਜਿਹੜੀਆਂ ਜੰਗਲ ਦੀਆਂ ਝਾੜੀਆਂ ਹੁੰਦੀਆਂ ਉਹਨਾਂ ਤੇ ਛਿੱਟਾ ਮਾਰ ਦਿੰਦੇ। ਸਿੰਘਾਂ ਨੇ ਇੱਕ ਦਿਨ ਨਵਾਬ ਜੀ ਨੂੰ ਬੇਨਤੀ ਕੀਤੀ। ਨਵਾਬ ਕਪੂਰ ਸਿੰਘ ਜੀ ਦਾ ਪੰਥ ਵਿੱਚ ਇੰਨਾ ਸਤਿਕਾਰ ਸੀ ਕਿ ਉਹਨਾਂ ਦੇ ਬਚਨਾਂ ਨੂੰ ਸਮੁੱਚਾ ਪੰਥ ਗੁਰੂ ਕਲਗੀਧਰ ਦੇ ਬਚਨਾਂ ਦਾ ਰੂਪ ਜਾਣ ਕੇ ਸਤਿਕਾਰ ਦਿੰਦਾ ਸੀ। ਨਵਾਬ ਕਪੂਰ ਸਿੰਘ ਜੀ ਹੋਣਾ ਨੂੰ ਪੁੱਛਿਆ, ਆਖਿਆ ਪੰਥ ਪਾਤਸ਼ਾਹ ਜੀ ਕਿਰਪਾ ਕਰਕੇ ਦੱਸੋ ਕਿ ਆਪ ਜੀ ਇਹ ਕੀ ਖੇਡ ਕਰਦੇ ਹੋ, ਵੀ ਝਾੜੀਆਂ ਦੇ ਉੱਤੇ ਤੁਸੀਂ ਅੰਮ੍ਰਿਤ ਦਾ ਛਿੱਟਾ ਦੇ ਦਿੰਦੇ ਹੋ, ਜਿਹੜੀ ਪੌਲ ਬਚ ਜਾਂਦੀ ਬਾਟੇ ਚੋਂ। ਤੇ ਨਵਾਬ ਕਪੂਰ ਸਿੰਘ ਜੀ ਕਹਿੰਦੇ ਖਾਲਸਾ ਜੀ ਇਹ ਜਿਹੜਾ ਅੰਮ੍ਰਿਤ ਦੇ ਛਿੱਟੇ ਮਾਰਦੇ ਆ ਝਾੜਾਂ ਵਿੱਚ, ਇਹ ਬੀਜ ਹੈ। ਆਉਣ ਵਾਲੇ ਸਮੇਂ ਵਿੱਚ ਇਹ ਪੰਥ ਦਾ ਬੀਜ ਬੀਜ ਰਹੇ ਆ। ਸਮਾਂ ਆਵੇਗਾ ਇਹਨਾਂ ਝਾੜਾਂ ਚੋਂ ਪੰਥ ਉਪਜ ਕੇ ਪੈਦਾ ਹੋ ਕੇ ਆਵੇਗਾ। ਅਕਾਲ ਹੀ ਅਕਾਲ ਕਰਦਾ। ਸਤਿ ਸ੍ਰੀ ਅਕਾਲ। ਉਹਦੇ ਪ੍ਰਤੱਖ ਖੇਡ ਵਰਤਦੀ ਰਹੀ। ਲੜਨ ਵੇਲੇ 2-4 ਹੀ ਸਿੰਘ ਹੁੰਦੇ ਸੀ। ਜੇ ਕੋਈ ਦੁਸ਼ਮਣ ਘੇਰ ਲੈਂਦਾ, ਪਤਾ ਨਹੀਂ ਕਿਧਰੋਂ ਝਾੜਾਂ ਵਿੱਚੋਂ 5-7 ਇੱਧਰੋਂ 5-7 ਇੱਧਰੋਂ ਨਿਕਲ ਕੇ ਉੱਥੇ ਕਈ ਇਕੱਠੇ ਹੋ ਜਾਂਦੇ ਸਨ। ਤਾਂ ਉਪਜੇ ਸਿੰਘ ਭੁਜੰਗੀ ਹੈ ਨਿਲੰਬਰ ਧਾਰਾ। ਇਹ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਦਾ ਖਾਲਸਾ ਹੈ। ਮਹਾਰਾਜ ਜੀ ਕਹਿੰਦੇ ਜਿਹੜੇ ਅਸੀਂ ਅੰਮ੍ਰਿਤ ਦੇ ਕੜਾਹੇ ਭਰ ਕੇ ਪਾਉਨੇ ਆ ਨਾ ਵਿੱਚ ਬਣਾ ਕੇ, ਇਹ ਸੋਮੇਵਾਣੀ ਨਦੀ ਹੈ ਖਾਲਸੇ ਦੀ, ਜਿਹੜੀ ਇੱਥੋਂ ਸੋਮੇ ਦੇ ਵਿੱਚੋਂ ਫੁੱਟੇਗੀ ਚਸ਼ਮੇ ਬਣ ਕੇ। ਉਪਜੈ ਪੁੰਜ ਸਿੰਘ ਇਸ ਥਾਈ ਬਹੁਤ ਸਾਰੇ ਸਿੰਘ ਉਪਜਣਗੇ, ਬੇਅੰਤ ਸਿੰਘ ਹੋਣਗੇ ਇਸ ਇਲਾਕੇ ਵਿੱਚ। ਪੁੰਨ ਬਹੁ ਲਿਖਣਾ ਘੜੈ ਗੋਸਾਈ। ਕਿਉਂਕਿ ਇੱਥੇ ਮਹਾਰਾਜ ਜੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲਿਖਾਉਂਦੇ ਸੀ ਤੇ ਕਲਮਾਂ ਘੜੀਆਂ ਜਾਂਦੀਆਂ ਸਨ। ਕਰ ਕਰ ਧਰਹਿ ਤਿਆਰ ਬਹੁ ਬਾਰੀ। ਤੇ ਕਈ ਵਾਰ ਉਹ ਕਲਮਾਂ ਘੜ ਕੇ ਮਹਾਰਾਜ ਜੀ ਆਪਣੇ ਕੋਲ ਰੱਖਦੇ। ਬੂਝੇ ਤੇ ਸ਼੍ਰੀ ਪ੍ਰਭੂ ਉਚਾਰੀ। ਤੇ ਪੁੱਛਦੇ ਆ ਜਦੋਂ ਸਤਿਗੁਰੂ ਜੀ ਨੂੰ, ਕੋਈ ਸਿੰਘਾਂ ਨੇ ਪੁੱਛਣਾ ਮਹਾਰਾਜ ਜੀ ਕਲਮਾਂ ਘੜ ਕੇ ਰੱਖਦੇ ਹੋ, ਕਦੇ ਉਹ ਸਰੋਵਰ ਵਿੱਚ ਲਿਖਣ ਸਰ ਸਰੋਵਰ 'ਚ ਵੀ ਪਾ ਦਿੰਦੇ ਕਲਮਾਂ। ਤੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਜਦੋਂ ਸਿੰਘ ਪੁੱਛਦੇ ਮਹਾਰਾਜ ਇਹਦੀ ਕੀ ਖੇਡ ਹੈ, ਹੋਏ ਦਮਦਮਾ ਗੁਰ ਕੀ ਕਾਸ਼ੀ। ਮਹਾਰਾਜ ਜੀ ਕਹਿੰਦੇ ਇਹ ਜਿਹੜਾ ਦਮਦਮਾ ਸਾਹਿਬ ਹੈ ਇਹ ਗੁਰੂ ਕੀ ਕਾਸ਼ੀ ਹੈ। ਇਹ ਗੁਰੂ ਕੀ ਕਾਸ਼ੀ ਹੋਵੇਗੀ। ਕਾਸ਼ੀ ਬਨਾਰਸ ਨੂੰ ਕਹਿੰਦੇ ਹਿੰਦੁਸਤਾਨ ਦੇ ਵਿੱਚ
ਵਿਦਿਆ ਦੀ ਸਭ ਤੋਂ ਵੱਡੀ ਮਹਾਨਗਰੀ ਕਾਸ਼ੀ ਨੂੰ ਮੰਨਿਆ ਜਾਂਦਾ ਸੀ। ਉੱਥੇ ਬੜੇ ਬੜੇ ਵਿਦਵਾਨ ਸਨ। ਵਿਦਿਆ ਦਾ ਕੇਂਦਰ, ਵੱਡਾ ਕੇਂਦਰ ਸੀ ਬਨਾਰਸ ਵਿੱਚ, ਕਾਸ਼ੀ ਵਿੱਚ। ਕਲਗੀਧਰ ਜੀ ਕਹਿੰਦੇ ਇਹ ਗੁਰੂ ਕੀ ਕਾਸ਼ੀ ਹੈ, ਸਾਡੀ ਕਾਸ਼ੀ ਇਹ ਹੈ, ਗੁਰੂ ਕੀ ਕਾਸ਼ੀ। ਇਸੇ ਕਰਕੇ ਦਮਦਮਾ ਸਾਹਿਬ ਨੂੰ ਆਪਾਂ ਗੁਰੂ ਕਾਸ਼ੀ, ਗੁਰੂ ਕੀ ਕਾਸ਼ੀ ਸ੍ਰੀ ਦਮਦਮਾ ਸਾਹਿਬ ਦੇ ਨਾਂ ਨਾਲ ਸੰਬੋਧਨ ਕਰਦੇ ਹਾਂ। ਪਾਤਸ਼ਾਹ ਕਹਿੰਦੇ ਗੁਰੂ ਕੀ ਕਾਸ਼ੀ ਹੈ। ਇੱਥੇ ਬੈਲ ਬੁੱਧੀ ਵਾਲੇ ਵੀ ਆ ਕੇ ਬ੍ਰਹਮ ਗਿਆਨ ਨੂੰ ਪ੍ਰਾਪਤ ਹੋਣਗੇ। ਬੈਲ ਬੁੱਧੀ ਵਾਲੇ ਵੀ ਆ ਕੇ ਬ੍ਰਹਮ ਗਿਆਨ ਨੂੰ ਪ੍ਰਾਪਤ ਹੋਣਗੇ। ਲੇਖਕ ਬਨੈ ਪੜ੍ਹੈ ਸਿਖ ਰਾਸੀ। ਇੱਥੇ ਬੜੇ ਬੜੇ ਲਿਖਾਰੀ ਬਣਨਗੇ। ਪਾਤਸ਼ਾਹ ਕਹਿੰਦੇ ਬੜੇ ਬੜੇ ਲਿਖਾਰੀ ਹੋਣਗੇ ਇੱਥੇ, ਤੇ ਆ ਕੇ ਉਹਨਾਂ ਨੂੰ ਬ੍ਰਹਮ ਵਿਦਿਆ ਦੀ ਦਾਤ ਪ੍ਰਾਪਤ ਹੋਵੇਗੀ। ਬੜੀ ਬੜੀ ਪੜ੍ਹਾਈ ਦੇ ਵੱਡੇ ਕੇਂਦਰ ਹੋਣਗੇ ਇੱਥੇ। ਇਹ ਕਲਗੀਆਂ ਵਾਲੇ ਪਾਤਸ਼ਾਹ ਨੇ ਆਖਿਆ ਸਾਡੀ ਕਾਸ਼ੀ ਹੈ, ਗੁਰੂ ਕੀ ਕਾਸ਼ੀ। ਇੱਥੇ ਵਿਦਿਆ ਦੀ ਨਗਰੀ ਹੋਵੇਗੀ। ਇੱਥੇ ਬੜੇ ਬੜੇ ਪ੍ਰਸਿੱਧ ਲਿਖਾਰੀ ਹੋਣਗੇ, ਬੜੇ ਬੜੇ ਮਹਾਤਮਾ। ਦਮਦਮਾ ਕਿੱਡੇ ਵੱਡੇ ਲਿਖਾਰੀ ਹੋਏ। ਸਿਰਲੱਥ ਸੂਰਮੇ ਸ਼ਹੀਦ ਬਾਬਾ ਦੀਪ ਸਿੰਘ ਜੀ, 4 ਸਰੂਪ ਗੁਰੂ ਗ੍ਰੰਥ ਸਾਹਿਬ ਜੀ ਦੇ ਦਮਦਮਾ ਸਾਹਿਬ ਬਹਿ ਕੇ ਲਿਖੇ ਉਹਨਾਂ ਨੇ। 4 ਸਰੂਪ, ਕਿੱਡੇ ਵੱਡੇ ਮਹਾਨ ਲਿਖਾਰੀ ਹੋਏ। ਫਿਰ ਉੱਥੇ ਵਿਦਿਆ ਪੜ੍ਹਾਈ, ਕਿਤਨਿਆਂ ਨੂੰ ਵਿਦਿਆ ਪੜ੍ਹਾਈ ਬਾਬਾ ਦੀਪ ਸਿੰਘ ਸਾਹਿਬ ਜੀ ਨੇ। ਬਾਬਾ ਗੁਰਬਖਸ਼ ਸਿੰਘ ਜੀ ਜੈਸੇ ਮਹਾਨ ਸ਼ਹੀਦਾਂ ਨੂੰ, ਭਾਈ ਮਨੀ ਸਿੰਘ ਜੀ ਵਰਗੇ ਮਹਾਂਪੁਰਸ਼ ਇੱਥੇ ਰਹੇ। ਗਰੀਬ ਨਵਾਜ ਪਾਤਸ਼ਾਹ ਕਹਿੰਦੇ ਲੇਖਕ ਬਣਾ ਪੜ੍ਹਾਂ ਸਿਖ ਰਾਸੀ। ਇੱਥੇ ਆ ਕੇ ਬਹੁਤ ਸਾਰੇ ਸਿੱਖ ਪੜ੍ਹਨਗੇ ਔਰ ਉਹ ਲੇਖਕ ਬਣਨਗੇ। ਇੱਕ ਦਿਨ ਚੜ੍ਹ ਅਖੇਰ ਕੋ ਗਏ। ਇਸ ਤਰ੍ਹਾਂ ਮਹਾਰਾਜ ਜੀ ਵਰ ਦਿੰਦੇ ਗੁਰੂ ਕੀ ਕਾਸ਼ੀ ਨੂੰ, ਦਮਦਮਾ ਸਾਹਿਬ ਨੂੰ, ਬੜੀਆਂ ਬਖਸ਼ਿਸ਼ਾਂ ਕਰਦੇ। ਤੇ ਪਾਤਸ਼ਾਹ ਉੱਥੇ 35 ਅੱਖਰੀ ਲਿਖਾਉਂਦੇ। ਕਹਿੰਦੇ ਜਿਹੜਾ 35 ਅੱਖਰੀ ਲਿਖੇਗਾ ਲਿਖਣ ਸਰ ਸਾਹਿਬ, ਵਿਦਿਆ ਨਾ ਆਉਂਦੀ ਹੋਵੇ ਉਹਨੂੰ, 35 ਅੱਖਰੀ ਲਿਖੇਗਾ ਆ ਕੇ ਊੜੇ ਤੋਂ ਲੈ ਕੇ, ਪਾਤਸ਼ਾਹ ਕਹਿੰਦੇ ਉਹਨੂੰ ਵਿਦਿਆ ਦੀ ਦਾਤ ਪ੍ਰਾਪਤ ਹੋਵੇਗੀ, ਬ੍ਰਹਮ ਵਿਦਿਆ ਦੀ ਦਾਤ। ਹੁਣ ਵੀ ਬਹੁਤ ਸਾਰੇ ਗੁਰਸਿੱਖ ਜਾਂਦੇ ਨੇ ਦਮਦਮਾ ਸਾਹਿਬ, ਬਜ਼ੁਰਗ ਵੀ ਜਾਂਦੇ ਹਨ। ਇਹ ਨਹੀਂ ਕਿ ਕੇਵਲ ਬੱਚੇ ਹੀ ਜਾ ਕੇ ਲਿਖਦੇ ਆ। ਉੱਥੇ ਹੁਣ ਵੀ ਉੱਥੇ ਸਲੇਟਾਂ ਰੱਖੀਆਂ ਹੋਈਆਂ ਨੇ, ਜਾਂ ਥੋੜੀ ਜਿਹੀ ਰੇਤ ਖਿਲਾਰੀ ਹੋਈ ਸਰੋਵਰ ਦੇ ਕੰਢੇ ਜਾ ਕੇ ਉੱਥੇ 35 ਅੱਖਰੀ ਲਿਖਦੇ ਆ ਸਿੱਖ। ਨਾਲੇ ਹੱਥ ਨਾਲ ਲਿਖਦੇ ਆ, ਮੁੱਖ ਤੋਂ ਪੜ੍ਹਦੇ ਆ। ਪਿੱਛੇ ਜੀ ਮੈਂ ਗਿਆ, ਉੱਥੇ ਬੱਚਿਆਂ ਨੇ ABC ਵੀ ਲਿਖੀ ਹੋਈ। ਮੈਂ ਪੁੱਛਿਆ ਵੀ ABC ਦਾ, ਕਹਿੰਦੇ ਜੀ ਊੜਾ ਆੜਾ ਆਉਂਦਾ ਨਹੀਂ ਲਿਖਣਾ, ਸਕੂਲਾਂ 'ਚ ਸਿਖਾਉਂਦੇ ਨਹੀਂ ਪਹਿਲੀ ਕਲਾਸ 'ਚ। ਉਹ ਲਾਉਂਦੇ ਹੀ 5ਵੀਂ 'ਚ ਨੇ, 3 4 'ਚ ਜਾ ਕੇ ਊੜਾ ਆੜਾ ਪੜ੍ਹਾਉਂਦੇ ਆ। ਇਹ ਤਾਂ ਸਾਡੇ ਪੰਜਾਬ ਦੇ ਵਿੱਚ ਹੋ ਰਿਹਾ ਵੀ ABC ਜਿਹੜੀ ਉਹ ਬੱਚਿਆਂ ਨੂੰ ਆਉਂਦੀ ਆ ਜੀ, ਊੜਾ ਆੜਾ ਆਉਂਦਾ ਨਹੀਂ। ਹੈਰਾਨੀ ਹੋਈ ਸੁਣ ਕੇ। ਉਹ ਕਹਿੰਦੇ ਫਿਰ ਉਹ ਕਹਿੰਦੇ ਵੀ ਸਾਡੀ ਤਾਂ ਉਹ 35 ਅੱਖਰੀ, ਮੈਂ ਉਹਦਾ 35 ਬਣਦੇ ਹੀ ਨਹੀਂ। ਤੋ ਇਹ ਵੀ ਸੁਚੇਤ ਹੋਣਾ ਚਾਹੀਦਾ। ਮੈਂ ਇਸ ਕਰਕੇ ਉਦਾਹਰਣ ਦੇ ਰਿਹਾ। 35 ਅੱਖਰੀ ਵੀ ਲਿਖਣੀ ਆਉਣੀ ਚਾਹੀਏ ਦੀ ਬੱਚਿਆਂ ਨੂੰ। ਉਹ ਵੀ ਪੜ੍ਹਾਈ ਪਹਿਲਾਂ ਊੜਾ ਐੜਾ ਹੀ ਆਉਣਾ ਚਾਹੀਦਾ, ABC ਭਾਵੇਂ ਬਾਅਦ ਵਿੱਚ ਆਵੇ। ਕਲਗੀਧਰ ਪਾਤਸ਼ਾਹ ਨੇ ਵਰ ਦਿੱਤੇ ਹੈ, ਕਹਿੰਦੇ ਬੈਲ ਬੁੱਧੀ ਵਾਲੇ ਵੀ ਇੱਥੇ ਆ ਕੇ ਬ੍ਰਹਮ ਵਿਦਿਆ ਨੂੰ ਪ੍ਰਾਪਤ ਹੋਣਗੇ। ਇਸੇ ਤਰ੍ਹਾਂ ਪਾਤਸ਼ਾਹ ਬਖਸ਼ਿਸ਼ਾਂ ਕਰਦੇ। ਇੱਕ ਦਿਨ ਸ਼ਿਕਾਰ ਤੇ ਚੜੇ, ਕੋਸ ਅਸ਼ਟ ਇੱਕ ਉਤਰਤ ਭਏ। ਮਹਾਰਾਜ ਜੀ ਦਮਦਮਾ ਸਾਹਿਬ ਤੋਂ ਤਕਰੀਬਨ 8 ਕੋਹ ਦਾ ਫਾਸਲਾ ਤੈਅ ਕਰਕੇ ਗਏ ਤੇ ਉਤਾਰਾ ਕੀਤਾ। ਤਹਾਂ ਸਿੰਸਪਾ ਖਰੀ ਬਡੇਰੇ। ਉੱਥੇ ਇੱਕ ਸਿੰਸਪਾ ਖੜੀ। ਸਿੰਸਪਾ ਦਾ ਮਤਲਬ ਹੁੰਦਾ ਟਾਹਲੀ, ਸ਼ੀਸ਼ਮ। ਟਾਹਲੀ ਦਾ ਇੱਕ ਦਰਖਤ ਖੜਾ ਸੀ। ਹੱਥ 5-10 ਫੇਰ ਕਨੇਰੇ। ਤੇ ਕਹਿੰਦੇ 5-10 ਹੱਥ ਉੱਚਾ ਸੀ, ਯਾਨੀ ਕਿ 15 ਹੱਥ ਟਾਹਲੀ ਦਾ ਜਿਹੜਾ ਸੀ ਉਹ ਫੇਰ ਸੀ, ਏਡੀ ਚੌੜੀ ਸੀ। ਰਾਹਕ ਮੋੜ ਤਬਹਿ ਚੱਲ ਗਏ। ਉੱਥੇ ਪਾਤਸ਼ਾਹ ਉਤਰੇ ਤੇ ਮੌੜ ਪਿੰਡ ਦੇ ਕੁਝ ਜ਼ਿਮੀਂਦਾਰ, ਮੌੜ ਪਿੰਡ 'ਚ 9ਵੇਂ ਪਾਤਸ਼ਾਹ ਨੇ ਵੀ ਚਰਨ ਪਾਏ ਆ, ਤੇ ਮੌੜ ਪਿੰਡ ਦੇ ਕੁਝ ਜ਼ਿਮੀਂਦਾਰ ਸਤਿਗੁਰੂ ਜੀ ਦੇ ਦਰਸ਼ਨਾਂ ਨੂੰ ਆਏ। ਦੁਗਧ ਘਟੇ ਪਰ ਲਿਆਵਤ ਭਏ। ਦੁੱਧ ਦੇ ਘੜੇ ਭਰ ਕੇ ਲਿਆਏ ਸਤਿਗੁਰਾਂ ਦੇ ਚਰਨਾਂ 'ਚ ਭੇਟਾ ਕਰਨ ਲਈ। ਸਭ ਕੋ ਪਿਆਏ ਖੁਸ਼ੀ ਲੈ ਘਨੀ। ਮਹਾਰਾਜ ਜੀ ਦੇ ਨਾਲ ਜਿੰਨੀਆਂ ਫੌਜਾਂ ਸਨ ਸਭ ਨੂੰ ਉਹਨਾਂ ਨੇ ਦੁੱਧ ਛਕਾਇਆ। ਸਤਿਗੁਰਾਂ ਨੇ ਵੀ ਦੁੱਧ ਛਕਿਆ, ਸਮੁੰਦਰ ਛਕਿਆ। ਤੇ ਛਕ ਕੇ ਗਰੀਬ ਨਵਾਜ ਪਾਤਸ਼ਾਹ ਪ੍ਰਸੰਨ ਹੋਏ।
ਸਾਰਿਆਂ ਦੀ ਪ੍ਰਸੰਨਤਾ ਇਹਨਾਂ ਮੌੜ ਪਿੰਡ ਦੇ ਜ਼ਿਮੀਂਦਾਰਾਂ ਨੇ ਲਈ। ਵਧੋ ਬੰਸ ਹੋਏ ਸਿੰਘ ਸੋ ਬਨੀ। ਪਾਤਸ਼ਾਹ ਜੀ ਨੇ ਵਰ ਦਿੱਤਾ ਮੌੜ ਪਿੰਡ ਵਾਲਿਆਂ ਨੂੰ ਜਿਹੜੇ ਦੁੱਧ ਛਕਾਣ ਆਏ, ਆਖਿਆ ਤੁਹਾਡਾ ਬੰਸ ਵਧੇ ਔਰ ਤੁਸੀਂ ਗੁਰੂ ਕੇ ਸਿੱਖ ਬਣੋ, ਸਿੰਘ ਸਜੋ। ਇਹ ਵਰ ਦਿੱਤਾ। ਪਾਤਸ਼ਾਹ ਕਹਿੰਦੇ ਵੀ ਤੁਹਾਡਾ ਬੰਸ ਵਧੇ ਤੇ ਗੁਰੂ ਕੇ ਸਿੰਘ ਸਜੋ। ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਦੇ ਬਚਨਾਂ ਦਾ ਪ੍ਰਤਾਪ ਮਾਲਵੇ ਵਿੱਚ ਬੜੇ ਬੜੇ ਗੁਰਸਿੱਖ ਜਥੇਦਾਰ ਸਿੰਘ ਸਾਹਿਬ ਅਕਾਲੀ ਬਾਬਾ ਫੂਲਾ ਸਿੰਘ ਜੀ ਨਿਹੰਗ ਸਿੰਘ ਉਸੇ ਇਲਾਕੇ 'ਚ ਜਨਮੇ, ਦਹਿਲਾਸੀਆਂ ਮੌੜ ਦੇ ਨੇੜੇ ਤੇੜੇ। ਕਿੱਡੇ ਵੱਡੇ ਮਹਾਤਮਾ ਸੰਤ ਅਤਰ ਸਿੰਘ ਜੀ ਮਸਤੂ ਆਣੇ ਵਾਲੇ ਜੈਸੇ ਮਹਾਪੁਰਸ਼ ਮਹਾਤਮਾ, ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਪੁਰਸ਼, ਸੰਤ ਬਾਬਾ ਸੁੰਦਰ ਸਿੰਘ ਜੀ ਜੈਸੇ ਮਹਾਤਮਾ, ਇਹ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਦੇ ਹੀ ਵਾਰਸ ਹਨ। ਤਾਂ ਹੀ ਮਹਾਰਾਜ ਜੀ ਕਹਿੰਦੇ ਵੀ ਇਹ ਅਸੀਂ ਸੁੰਮੇਵਾਣੀ ਨਦੀ ਪੈਦਾ ਕਰ ਰਹੇ ਹਾਂ, ਬੜੇ ਸਿੰਘ ਪੈਦਾ ਹੋਣਗੇ। ਤੇ ਕਿੰਨਾ ਪ੍ਰਚਾਰ ਕੀਤਾ ਉਹਨਾਂ ਮਹਾਂਪੁਰਸ਼ਾਂ ਨੇ। ਇਹਨਾਂ ਮੌੜ ਪਿੰਡ ਵਾਲਿਆਂ ਨੂੰ ਗੁਰਦੇਵ ਨੇ ਬਚਨ ਕੀਤਾ, ਆਖਿਆ ਭਾਈ ਸਿੰਘ ਸਜੋ, ਤੁਹਾਡਾ ਬੰਸ ਵਧੇ, ਤੁਸੀਂ ਗੁਰੂ ਕੀ ਸੇਵਾ ਕੀਤੀ ਹੈ। ਬਾਹਰ ਪ੍ਰਭੂ ਡੇਰੇ ਚੱਲ ਆਏ। ਏਦਾਂ ਸਤਿਗੁਰੂ ਜੀ ਕੁਝ ਸਮਾਂ ਉੱਥੇ ਬੈਠ ਕੇ ਗਰੀਬ ਨਵਾਜ ਜੀ ਵਾਪਸ ਆਪਣੇ ਡੇਰੇ ਚੱਲ ਕੇ ਆਏ। ਉਤਰੇ ਆਪਣੇ ਥਾਨ ਸੁਹਾਏ। ਜਿੱਥੇ ਸਾਹਿਬ ਦਾ ਟਿਕਾਣਾ ਦਮਦਮਾ ਸਾਹਿਬ ਆਣ ਕੇ ਉਤਰੇ। ਕਬ ਕਬ ਥਿਰ ਹੈ ਗੁਰੂ ਸਰ ਜਾਵੇ। ਕਦੇ ਕਦੇ ਸਤਿਗੁਰੂ ਜੀ ਗੁਰੂ ਸਰ ਵਾਲੇ ਸਥਾਨ ਤੇ ਵੀ ਜਾਂਦੇ ਹਨ। ਤਨ ਸੰਗਤ ਤੇ ਕਾਰ ਕਢਾਵੇ। ਤੇ ਗੁਰੂ ਸਰ ਜਾ ਕੇ ਮਹਾਰਾਜ ਜੀ ਸਰੋਵਰ ਦੀ ਸਫਾਈ ਕਰਾਉਂਦੇ ਸੰਗਤ ਕੋਲੋਂ, ਵਿੱਚੋਂ ਗਾਰ ਕਢਾਉਂਦੇ ਹਨ। ਸਾਇੰ ਸਮੇਂ ਜਾਏ ਜੰਡਿਆਨੇ। ਸ਼ਾਮ ਦੇ ਸਮੇਂ ਮਹਾਰਾਜ ਜੀ ਜੰਡਿਆਣੇ ਜਾਂਦੇ, ਜੰਡ ਸਰ ਜਾਂਦੇ ਨੇ। ਬੈਠੇ ਸਭਿਨ ਹਕਾਰ ਨਠਾਨੇ। ਔਰ ਜੰਡ ਸਰ ਜਾ ਕੇ ਮਹਾਰਾਜ ਜੀ ਸੰਗਤ ਨੂੰ ਉੱਥੇ ਸੱਦ ਲੈਂਦੇ ਹਨ। ਅਗਨਤ ਰਜਤ ਪਣ ਆਸਨ ਤਰੇ। ਤੇ ਜਦੋਂ ਜੰਡ ਸਰ ਜਾਂਦੇ ਨੇ ਨਾ ਮਹਾਰਾਜ ਜੀ ਸ਼ਾਮ ਦੇ ਸਮੇਂ, ਕਦੇ ਗੁਰੂ ਸਰ ਵਾਲੇ ਸਥਾਨ ਤੇ ਟਿਕਾਣਾ ਕਰ ਲੈਂਦੇ, ਕਦੇ ਜੰਡ ਸਰ ਸਾਹਿਬ ਵਾਲੇ ਸਥਾਨ ਤੇ। ਸ਼ਾਮ ਨੂੰ ਜਦੋਂ ਉਤਰਦੇ ਮਹਾਰਾਜ ਜੀ ਤੇ ਜਿੱਥੇ ਆਸਣ ਤੇ ਬਹਿੰਦੇ, ਏਦਾਂ ਆਸਣ ਮਹਾਰਾਜ ਜੀ ਦਾ ਚੁੱਕਣਾ, ਜਿਹੜਾ ਚਾਦਰਾ ਹੋਣਾ ਥੱਲੇ ਜਾਂ ਗੱਦੀ ਹੋਣੀ, ਉਹ ਚੁੱਕ ਕੇ ਮਹਾਰਾਜ ਥੱਲੇੋਂ ਸ਼ਰਫੀਆਂ ਕੱਢਣੀਆਂ ਸੋਨੇ ਦੀਆਂ, ਰੁਪਈਆਂ, ਜਿਨ੍ਹਾਂ ਦੀਆਂ ਤਨਖਾਹਾਂ ਹੁੰਦੀਆਂ, ਸ਼ਾਮ ਨੂੰ ਉਹਨਾਂ ਨੂੰ ਵੰਡਦੇ। ਹਾਂਜੀ, ਬਹੁਤ ਦਿਨਾਰ ਨਿਕਾਰਨ ਕਰੇ। ਬਹੁਤ ਸਾਰੀਆਂ ਸ਼ਰਫੀਆਂ ਮਹਾਰਾਜ ਜੀ ਦੇ ਥੱਲਿਓਂ, ਆਸਣ ਦੇ ਥੱਲਿਓਂ ਨਿਕਲਣੀਆਂ, ਮਹਾਰਾਜ ਜੀ ਨੂੰ ਕੱਢ ਕੇ ਵੰਡ ਦੇਣੀਆਂ। ਰੋਜ਼ਦਾਰ ਕੋ ਦੇਤ ਬੁਲਾਈ। ਕਿਉਂਕਿ ਜਿਹੜੇ ਰੋਜ਼ਦਾਰ ਰੋਜ਼ੀਨਾ ਲੈਣ ਵਾਲੇ, ਜਿਹੜੇ ਰੋਜ਼ ਤਨਖਾਹਾਂ ਤੇ ਰੱਖੇ ਹੋਏ ਸੀ ਬਰਾੜ, ਕਈ ਰੋਜ਼ ਦੀ ਦਿਹਾੜੀ ਲੈਣ ਵਾਲੇ ਸਨ, ਕਰਿੰਦੇ ਗੁਰੂ ਘਰ ਦੇ ਬਹੁਤ ਸਾਰੇ ਕੰਮਕਾਰ ਹੁੰਦੇ, ਸੇਵਾਵਾਂ ਹੁੰਦੀਆਂ ਨੇ, ਉਹਨਾਂ ਨੂੰ ਖਰਚਾ ਵੀ ਦੇਣਾ ਪੈਂਦਾ ਹੈ। ਤੋ ਪਾਤਸ਼ਾਹ ਜੀ ਆਸਣ ਤੋਂ ਚੁੱਕਦੇ ਨੇ, ਥੱਲਿਓਂ ਸ਼ਰਫੀਆਂ ਜਿਹੜੀਆਂ ਨੇ ਉਹਨਾਂ ਨੂੰ ਵੰਡਦੇ ਨੇ। ਆਏ ਆਏ ਲੇਤੇ ਸਮੁਦਾਈ। ਜਿਨ੍ਹਾਂ ਨੂੰ ਵੀ ਰੋਜ਼ੀਨੇ ਦੀ ਲੋੜ ਹੁੰਦੀ, ਆ ਕੇ ਸਤਿਗੁਰਾਂ ਦੇ ਕੋਲੋਂ ਆਪਣੀ ਤਨਖਾਹ ਲੈ ਲੈਂਦੇ ਹਨ। ਜੇਤਿਕ ਚਾਕਰੀ ਧਨ ਜੋ ਲੇਤ। ਜਿੰਨੀ ਉਹਨਾਂ ਦੀ ਚਾਕਰੀ ਹੁੰਦੀ ਹੈ, ਤਨਖਾਹ ਹੁੰਦੀ ਹੈ, ਉਹਨਾਂ ਧਨ ਲੈ ਲੈਂਦੇ ਨੇ। ਤੇਤਿਕ ਮੁਸ਼ਟ ਭਰ ਬਿਨ ਭਿਖ ਦੇਤ। ਮਹਾਰਾਜ ਜੀ ਗਿਣਤੀ ਵੀ ਨਹੀਂ ਕਰਦੇ, ਤਾਂ ਮੁੱਠੀ ਭਰ ਕੇ ਖੁੱਲੀ ਦੇ ਦਿੰਦੇ ਆ। ਜਿੰਨਾ ਉਹਨਾਂ ਦਾ ਰੋਜ਼ੀਨਾ ਹੁੰਦਾ, ਕਈ ਗੁਣਾ ਵੱਧ ਦੇ ਦਿੰਦੇ ਆ। ਮੁੱਠੀ ਭਰ ਕੇ ਦਿੰਦੇ ਆ, ਗਿਣਤੀ ਮਿਣਤੀ ਕਰਕੇ ਨਹੀਂ ਦਿੰਦੇ ਸਤਿਗੁਰੂ ਜੀ। ਕਈ ਬੇਰ ਵਰਤਾਇਓ ਤਹਾਂ। ਏਦਾਂ ਕਈ ਵਾਰ ਉੱਥੇ ਬਹਿ ਕੇ ਵਰਤਾਉਂਦੇ ਆ। ਮਹੀਨੇ 'ਚ ਇੱਕ ਅੱਧਾ ਦਿਨ, 2-4 ਦਿਨ ਮਹਾਰਾਜ ਜੀ ਉੱਥੇ ਬਹਿ ਜਾਣਾ ਆ ਕੇ, ਤੇ ਕਈ ਵਾਰ ਉੱਥੋਂ ਖਜ਼ਾਨਾ ਵੰਡਣਾ। ਸੈਨ ਰੋਜ਼ੀਨਾ ਲੇਤੇ ਮਹਾ। ਸਾਰੀ ਸੈਨਾ ਮਹਾਰਾਜ ਜੀ ਦੇ ਕੋਲੋਂ ਰੋਜ਼ੀਨਾ ਲੈਂਦੀ ਆ। ਕੋਈ ਮਹੀਨੇ ਬਾਅਦ ਲੈਂਦਾ, ਕੋਈ 15 ਦਿਨ, ਕੋਈ 7 ਦਿਨਾਂ ਬਾਅਦ। ਭਰਮੇ ਭਿਖ ਬੇਰਾੜ ਤਿਸ ਥਾਨ। ਜਿਹੜੇ ਬਰਾੜ ਸੀ ਨਾ ਨਾਲ ਸਿਪਾਹੀ ਰੱਖੇ ਹੋਏ, ਉਹਨਾਂ ਦੇ ਮਨ 'ਚ ਭਰਮ ਪੈ ਗਿਆ ਵੀ ਇੱਥੇ ਗੁਰੂ ਸਾਹਿਬ ਆਪਣਾ ਖਜ਼ਾਨਾ ਦੱਬ ਕੇ ਰੱਖਦੇ ਆ, ਸ਼ਾਮ ਨੂੰ ਆਉਂਦੇ ਇੱਥੋਂ ਕੱਢ ਕੇ ਦੇ ਦਿੰਦੇ ਆ। ਭਰਮ ਦੀ ਕੀ ਭਰਮ ਹੀ ਆ ਨਾ, ਪਤਾ ਨਹੀਂ ਕਦੋਂ ਪੈ ਜਾਏ ਮਨ 'ਚ। ਉਹ ਭਰਮ ਆ ਗਿਆ, ਬਰਾੜਾਂ ਦੇ ਮਨ ਵਿੱਚ ਭਰਮ ਗਏ। ਇਸ ਥਲ ਗੁਰ ਧਨ ਧਰਿਓ ਮਹਾਨ। ਸੋਚਦੇ ਆ ਵੀ ਇੱਥੇ ਗੁਰੂ ਜੀ ਨੇ ਆਪਣਾ ਖਜ਼ਾਨਾ ਦੱਬ ਕੇ ਰੱਖਿਆ ਹੋਇਆ ਥੱਲੇ। ਥਿਰ ਹੋਏ ਇਤਹਿ ਕਾਢ ਕਰ ਧਰੈ। ਇੱਥੇ ਹੀ ਆਉਂਦੇ ਆ ਸ਼ਾਮ ਨੂੰ ਤੇ ਕੱਢ ਕੇ ਥੱਲਿਓਂ ਦੇਈ ਜਾਂਦੇ, ਆਸਣ ਦੇ ਥੱਲਿਓਂ। ਹਮ ਜੁਤ ਸਭ ਹਿਨ ਦੈਬੋ ਕਰੈ। ਸਾਨੂੰ ਸਾਰਿਆਂ ਨੂੰ ਇੱਥੋਂ ਮਾਇਆ ਦੇ ਗੱਫੇ ਦਿੰਦੇ ਹਨ। ਇਸ ਮੈਂ ਫੈਲਿਓ ਤਿਮਰ ਕਨੇਰਾ। ਕਹਿੰਦੇ ਅੱਜ ਵੇਖਾਂਗੇ। ਰਾਤ ਜਦੋਂ ਹਨੇਰਾ ਜਿਹਾ ਹੋਇਆ, ਨਿਕਾਸਨ ਕੋ ਤਿਸ ਬੇਰਾ। ਇਹ ਗਏ ਉੱਥੇ ਜਾ ਕੇ ਪੁੱਟਣ ਲੱਗ ਪਏ ਜਗ੍ਹਾ ਜਿੱਥੇ ਸਤਿਗੁਰੂ ਬਹਿੰਦੇ ਸਨ।
ਰਾਤ ਦਾ ਸਮਾਂ ਜਾ ਕੇ ਖੁਦਾਈ ਕਰਨ ਲੱਗ ਪਏ, ਪੁੱਟਣ ਲੱਗ ਪਏ ਵੇਖਣ ਲਈ। ਅਵਨੀ ਖਨੀ ਅਧਿਕ ਬਲ ਲਾਈ, ਬੜਾ ਜ਼ੋਰ ਲਾ ਕੇ ਇਹਨਾਂ ਨੇ ਜ਼ਮੀਨ ਦੀ ਖੁਦਾਈ ਕੀਤੀ। ਇੱਕ ਬਿਰਾਟ ਕਾ ਹੱਥ ਨ ਆਈ, ਕੌਡੀ ਵੀ ਹੱਥ ਨਹੀਂ ਲੱਗੀ। ਅਸ਼ਰਫੀਆਂ ਤਾਂ ਕੀ ਮਿਲਦੀਆਂ ਸੀ, ਕੌਡੀ ਵੀ ਹੱਥ ਨਾ ਆਈ ਇਹਨਾਂ ਦੇ। ਮੂਰਖ ਰਹੇ ਲਜਾਏ ਵਡੇਰੇ, ਮੂਰਖ ਬੜੇ ਸ਼ਰਮਿੰਦਾ ਹੋਏ ਵੀ ਅਸੀਂ ਤਾਂ ਸੋਚਿਆ ਸੀ ਵੀ ਰਾਤੋਂ ਰਾਤ ਨਿਕਲਾਂਗੇ, ਹੁਣ ਥਾਂ ਪੁੱਟੀ ਸੀ, ਗੁਰੂ ਸਾਹਿਬ ਨੂੰ ਪਤਾ ਵੀ ਲੱਗ ਜਾਣਾ। ਬੜੇ ਸ਼ਰਮਸਾਰ ਹੋਏ ਵੀ ਗੁਰੂ ਸਾਹਿਬ ਕਿਹੜਾ ਸਾਨੂੰ ਗਿਣ ਕੇ ਦਿੰਦੇ, ਉਦਾਂ ਹੀ ਖੁੱਲੇ ਦੇਈ ਜਾਂਦੇ ਸਨ, ਪਰ ਅਸੀਂ ਲਾਲਚੀ ਹੋ ਗਏ, ਲੋਭੀ ਹੋ ਗਏ ਵੀ ਸਾਰਾ ਹੀ ਲੈ ਚਲੀ ਇੱਕੋ ਵਾਰੀ ਫੁੱਟ ਕੇ। ਬੜੇ ਜ਼ਿਆਦਾ ਲਜਾਏ ਮਾਨ ਹੋਏ, ਸ਼ਰਮਿੰਦਾ ਹੋਏ ਕਿ ਅਸੀਂ ਇਹ ਕਰਤੂਤ ਕਾਹਨੂੰ ਕੀਤੀ। ਪਛਤਾਏ ਨਿਜ ਕਰਮ ਖੁਟੇਰੇ, ਆਪਣਾ ਖੋਟਾ ਕਰਮ ਜਾਣ ਕੇ ਵੀ ਗੁਰੂ ਦੇ ਪੈਸਾ ਚੋਰੀ ਕਰਨ ਦੀ ਬਿਰਤੀ ਰੱਖੀ ਨਾ, ਵੀ ਗੁਰੂ ਦਾ ਧਨ ਚੋਰੀ। ਜਿਹੜਾ ਗੁਰੂ का पैसा चोरी करता है, गुरु का धन चोरी करता है, वो ਵੱਡਾ ਗੁਨਹਗਾਰ ਹੈ। ਉਹਦਾ ਕੀਤਾ ਜਪ ਤਪ ਸਭ ਭ੍ਰਸ਼ਟ ਹੋ ਜਾਂਦਾ ਹੈ। ਹਾਂਜੀ, ਇੱਕ ਦਿਨ ਡੱਲਾ ਨਿਸਾ ਮਝਾਰੀ, ਇੱਕ ਦਿਨ ਡੱਲਾ ਸ਼ਾਮ ਦਾ ਸਮਾਂ ਸੀ। ਕਲਗੀਧਰ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਆਇਆ ਰਹਿਰਾਸ ਸਾਹਿਬ ਦਾ ਪਾਠ ਹੋ ਚੁੱਕਾ ਹੈ। ਸਿਪਰ ਖੜਗ ਦੋਨੋਂ ਹੱਥ ਧਾਰੀ, ਇਹਦੇ ਹੱਥ ਵਿੱਚ ਢਾਲ ਤੇ ਤਲਵਾਰ ਹੈ। ਗੁਰੂ ਦੁਆਰ ਪਰ ਡਿੱਢ ਹੋਏ ਰਹਿਓ, ਜਿੱਥੇ ਸਤਿਗੁਰੂ ਜੀ ਬਿਰਾਜੇ ਨਾ ਬਾਹਰ ਦਰਵਾਜ਼ੇ ਤੇ ਪਹਿਰਾ ਦੇਣ ਲਈ ਰਾਤ ਦੇ ਸਮੇਂ ਖਲੋ ਗਿਆ। ਪਹਿਰਾ ਦਿਓ ਸੁਚੇਤੀ ਲਹਿਓ, ਸੁਚੇਤ ਹੋ ਕੇ ਪਹਿਰਾ ਦੇਣ ਲੱਗਾ। ਹਰੋ ਹੇਰ ਪ੍ਰਭ ਰਹੇ ਹਟਾਏ, ਡੱਲੇ ਨੂੰ ਖੜਾ ਵੇਖ ਕੇ ਸਤਿਗੁਰੂ ਜੀ ਨੇ ਰੋਕਿਆ। ਸੁਪਤਾ ਹੋ ਜਾਏ ਆਪਨੇ ਥਾਏ, ਮਹਾਰਾਜ ਜੀ ਆਖਿਆ ਡੱਲਾ ਜੀ ਤੁਸੀਂ ਆਰਾਮ ਕਰੋ, ਜਾ ਕੇ ਸਿਪਾਹੀ ਹੈਣ ਆਪੇ ਖਲੋਣਗੇ ਪਹਿਰੇ ਤੇ, ਤੁਸੀਂ ਕਾਹਨੂੰ ਖਲੋਂਦੇ ਹੋ, ਪਹਿਰੇ ਤੇ ਜਾ ਕੇ ਆਰਾਮ ਕਰੋ। ਏਦਾਂ ਸਤਿਗੁਰਾਂ ਨੇ ਡੱਲੇ ਨੂੰ ਕਿਹਾ। ਸ੍ਰੀ ਪ੍ਰਭ ਸੇਵ ਕਰਉ ਮੈਂ ਆਜੂ, ਡੱਲਾ ਕਹਿੰਦਾ ਨਹੀਂ ਮਹਾਰਾਜ, ਅੱਜ ਮੇਰਾ ਮਨ ਹੈ ਵੀ ਮੈਂ ਪਹਿਰੇਦਾਰ ਬਣਾ, ਤੁਹਾਡੀ ਸੇਵਾ ਕਰਾਂ, ਅੱਜ ਤੁਹਾਡੀ ਸੇਵਾ ਵਿੱਚ ਮੈਂ ਖਲੋਵਾਂ। ਨਹਿ ਸੋਵਉ ਮੈਂ ਪਿਖਹੁ ਸਮਾਜੂ, ਮਹਾਰਾਜ ਮੈਂ ਸੋਣਾ ਨਹੀਂ, ਮੈਂ ਸਾਰਾ ਸਮਾਜ ਖਿਆਲ ਰੱਖਾਂਗਾ ਮਹਾਰਾਜ ਜੀ, ਸਾਰੇ ਰਾਜ ਸਾਗ ਦਾ ਜਿਹੜਾ ਆਪ ਜੀ ਦਾ ਇੱਥੇ ਪਿਆ ਹੈ। ਇਮ ਕਹਿ ਖਰੋ ਰਹਿਓ ਨਿਸ ਜਾਗਾ, ਏਦਾਂ ਕਹਿ ਕੇ ਡੱਲਾ ਸਾਰੀ ਰਾਤ ਖਲੋਤਾ ਰਿਹਾ ਤੇ ਜਾਗਦਾ ਰਿਹਾ। ਗੁਰ ਗੁਰ ਜਪਿਓ ਪ੍ਰੇਮ ਮਹਿ ਪਾਗਾ, ਨਾਲੇ ਪਹਿਰੇ ਤੇ ਖਲੋਤਾ ਰਿਹਾ, ਤਲਵਾਰ ਏਦਾਂ ਤਿਆਰ ਬਰ ਤਿਆਰ ਹੋ ਕੇ ਫੜੀ, ਢਾਲ ਫੜੀ ਹੈ, ਤੇ ਨਾਲੇ ਸਾਹਿਬ ਦਾ ਸਿਮਰਨ ਕਰਦਾ ਰਿਹਾ, ਸਾਰੀ ਰਾਤ ਬਾਣੀ ਪੜ੍ਹਦਾ ਰਿਹਾ। ਉਠੇ ਪ੍ਰਾਤ ਪਿਖ ਡੱਲਾ ਖਰਿਓ, ਜਦੋਂ ਸਤਿਗੁਰੂ ਜੀ ਅੰਮ੍ਰਿਤ ਵੇਲੇ ਉੱਠੇ ਤੇ ਬਾਹਰ ਆਏ ਤੰਬੂ ਚ, ਤੇ ਗੁਰਦੇਵ ਨੇ ਵੇਖਿਆ ਵੀ ਡੱਲਾ ਹਲੇ ਵੀ ਪਹਿਰੇ ਤੇ ਖੜਾ ਹੈ। ਹੋਏ ਪ੍ਰਸੰਨ ਮੁਖ ਤੇ ਬਚ ਕਰਿਓ, ਪ੍ਰਸੰਨ ਹੋ ਕੇ ਕਲਗੀਧਰ ਪਾਤਸ਼ਾਹ ਬੋਲੇ, ਡੱਲੇ ਨੂੰ ਕਹਿਣ ਲੱਗੇ ਜਾਚ ਲਿਹੋ ਮਨ ਕਾਮਨ ਜੋਏ। ਪ੍ਰਸੰਨ ਹੋਏ ਕਹਿੰਦੇ ਮੰਗ ਡੱਲਿਆ ਕੀ ਚਾਹੀਦਾ, ਜੋ ਤੇਰੇ ਮਨ ਦੀ ਕਾਮਨਾ ਹੋਵੇ ਦੱਸ। ਪੂਰਨ ਕਰਹਿ ਆਨੰਦ ਮੈਂ ਸੋਏ, ਤੇਰੀ ਕਾਮਨਾ ਪੂਰਨ ਕਰਾਂਗੇ, ਅਸੀਂ ਬੜੇ ਆਨੰਦ ਚ ਆਂ, ਬੜੇ ਖੁਸ਼ ਹਾਂ। ਸ੍ਰੀ ਪ੍ਰਭ ਜਹਾਂ ਬਾਸ ਤੁਮ ਠਾਨਾ, ਤੇ ਡੱਲੇ ਨੇ ਅੱਗੋਂ ਹੱਥ ਜੋੜੇ ਆਖਿਆ ਸਾਹਿਬ ਜੀ ਜਿੱਥੇ ਤੁਹਾਡਾ ਵਸ ਹੈ, ਜਿੱਥੇ ਤੁਸੀਂ ਵਸਦੇ ਹੋ, ਇੱਕ ਪੀੜੀ ਕਹੋ ਮੋਹਿ ਦਿਓ ਥਾਨਾ, ਉੱਥੇ ਆਪਣੇ ਚਰਨਾਂ 'ਚ ਇੱਕ ਪੀੜੀ ਕਿ ਜਿੰਨੀ ਥਾਂ ਮੈਨੂੰ ਵੀ ਦੇ ਦਿਓ। ਮਹਾਰਾਜ ਜਿੱਥੇ ਤੁਸੀਂ ਵਸਣਾ, ਜਿੱਥੇ ਤੁਸੀਂ ਰਹਿੰਦੇ ਹੋ, ਸੱਚਖੰਡ ਵਸੈ ਨਿਰੰਕਾਰ, ਉੱਥੇ ਆਪਣੇ ਚਰਨਾਂ 'ਚ ਪੀੜੀ ਜਿੰਨੀ ਥਾਂ ਮੈਨੂੰ ਬਖਸ਼ ਦਿਓ। ਆਪਨ ਨਜੀਕ ਰਾਖੀਐ ਮੋਹੀ, ਮੈਨੂੰ ਆਪਣੇ ਕੋਲ ਹੀ ਰੱਖਿਓ ਮੇਰੇ ਪਾਤਸ਼ਾਹ, ਮੈਂ ਤੁਹਾਡੇ ਕੋਲੇ ਹੀ ਰਹਿਣਾ ਚਾਹੁੰਦਾ। ਅਪਰ ਨਾਮੋ ਔਰ ਮੈਂ ਇਛ ਹੋਹੀ, ਮੇਰੇ ਸਾਹਿਬ ਹੋਰ ਕੋਈ ਇੱਛਾ ਨਹੀਂ ਮੇਰੇ ਮਨ ਵਿੱਚ, ਮੇਰੀ ਇੱਛਾ ਮੈਂ ਤੁਹਾਡੇ ਚਰਨਾਂ 'ਚ ਹੀ ਰਹਾਂ। ਸੁਨ ਕਰ ਤਿਸ ਤੇ ਗੁਰੂ ਉਚਾਰੀ, ਸੁਣ ਕੇ ਬਾਜਾਂ ਵਾਲੇ ਚੋਜੀ ਪ੍ਰੀਤਮ ਕਲਗੀਧਰ ਪਾਤਸ਼ਾਹ ਬੋਲੇ ਅੰਮ੍ਰਿਤ ਲਿਹੋ ਖੰਡੇ ਕਹੋ ਧਾਰੀ। ਮਹਾਰਾਜ ਜੀ ਕਹਿੰਦੇ ਫਿਰ ਡੱਲਾ ਸਿੰਘ ਡੱਲਿਆ ਖੰਡੇ ਦੀ ਪੌਲ ਛਕ ਲੈ, ਜੇ ਸਾਡੇ ਕੋਲ ਤਾਂ ਅੰਮ੍ਰਿਤਧਾਰੀ ਰਹਿੰਦੇ ਆ ਉੱਥੇ, ਤੇ ਫਿਰ ਤੂੰ ਖੰਡੇ ਦੀ ਪੌਲ ਛਕ ਲੈ। ਡੱਲੇ ਤੇ ਡਲ ਸਿੰਘ ਕਹਾਵਹੋ, ਤੇ ਡੱਲੇ ਤੋਂ ਡਲ ਸਿੰਘ ਕਹਾਣ ਲੱਗ ਪੈ। ਪੁਨ ਗੁਰ ਘਰ ਕੋ ਸਿਦਕ ਕਮਾਵਹੋ, ਫਿਰ ਗੁਰੂ ਘਰ ਦਾ ਸਿਦਕ ਕਮਾਉਣਾ। ਅੰਮ੍ਰਿਤ ਛਕਣ ਤੋਂ ਬਾਅਦ ਖਤਮ ਨਹੀਂ ਹੋ ਜਾਂਦੀ ਕਹਾਣੀ, ਅੰਮ੍ਰਿਤ ਛਕਣ ਤੋਂ ਬਾਅਦ ਫਿਰ ਗੁਰੂ ਘਰ ਦਾ ਸਿਦਕ ਕਮਾਉਣਾ। ਪੁਨ ਕਰ ਜੋਰ ਕਯੋ ਹਿਤ ਦੇ ਚਿਤ, ਡੱਲਾ ਫਿਰ ਅੱਗੋਂ ਹੱਥ ਜੋੜ ਕੇ ਬੋਲਿਆ ਮੈਂ ਤੋ ਬਹੁਤ ਛਕਿਓ ਹੈ ਅੰਮ੍ਰਿਤ। ਮਹਾਰਾਜ ਮੈਨੂੰ ਤਾਂ ਕਈ ਮਹੀਨੇ ਹੋ ਗਏ ਨੇ ਅੰਮ੍ਰਿਤ ਛਕਦਿਆਂ। ਗੁਰ ਬੋਲੇ ਕਬ ਕਿਸ ਤੇ ਛਕਿਓ, ਮਹਾਰਾਜ ਕਹਿੰਦੇ ਕਦੋਂ ਕਿਹਦੇ ਕੋਲੋਂ ਛਕਿਆ ਵੀ ਡੱਲਿਆ ਅੰਮ੍ਰਿਤ ਤੂੰ? ਮਹਾਰਾਜ ਜੀ ਕਹਿੰਦੇ ਕਦੋਂ ਤੇ ਕਿਹਦੇ ਕੋਲੋਂ ਛਕਿਆ? ਹਮ ਨੇ ਲਖਿਓ ਕੂੜ ਕਿਉਂ ਬਕਿਓ। ਮਹਾਰਾਜ ਜੀ ਕਹਿੰਦੇ ਅਸੀਂ ਤਾਂ ਵੇਖਿਆ ਨਹੀਂ, ਝੂਠ ਕਾਹਨੂੰ ਬੋਲਦਾ ਡੱਲਿਆ, ਤੂੰ ਕਦੋਂ ਛਕਿਆ ਅੰਮ੍ਰਿਤ? ਸ਼੍ਰੀ ਗੁਰ ਸੀਤ ਪ੍ਰਸਾਦ ਤੁਹਾਰਾ। ਮਹਾਰਾਜ ਰੋਜ਼ ਜਦੋਂ ਤੁਸੀਂ ਪ੍ਰਸ਼ਾਦਾ ਛਕਦੇ, ਜਿਹੜਾ ਵਿੱਚ ਰਹਿ ਜਾਂਦਾ ਸੀ ਸੀਤ, ਉਹ ਮੈਂ ਛਕਦਾ ਰਿਹਾ, ਉਹ ਵੀ ਤਾਂ ਅੰਮ੍ਰਿਤ ਹੀ ਆ ਮਹਾਰਾਜ।
ਤੁਹਾਡਾ ਸੀਤ ਪ੍ਰਸ਼ਾਦ ਮੈਂ ਰੋਜ਼ ਛਕਦਾ ਰਿਹਾ। अचतरयो मैं लेकर थारा। ਉਹ ਰੋਜ਼ ਤੁਹਾਡੇ ਥਾਲ 'ਚ ਜਿਹੜਾ ਮਹਾਰਾਜ ਪ੍ਰਸ਼ਾਦਾ ਉਹ ਮੈਂ ਹੀ ਛਕਦਾ ਰਿਹਾ ਮਹਾਰਾਜ। ਉਹ ਸੀਤ ਪ੍ਰਸ਼ਾਦ ਵੀ ਤਾਂ ਅੰਮ੍ਰਿਤ ਹੈ। इसते ही मुझ कर हो सनाथ। ਮਹਾਰਾਜ ਮੈਨੂੰ ਉਹਦੇ ਨਾਲ ਹੀ ਕਿਰਤਾਰਥ ਕਰ ਦਿਓ। ਅੰਮ੍ਰਿਤ ਤਾਂ ਫਿਰ ਮੈਂ ਉਹ ਛਕ ਹੀ ਲਿਆ। ਡੱਲਾ ਕਹਿੰਦਾ ਮਹਾਰਾਜ ਮੈਨੂੰ ਉਹਦੇ ਨਾਲ ਹੀ ਕਿਰਤਾਰਥ ਕਰ ਦਿਓ ਜਿਹੜਾ ਮੈਂ ਛਕ ਲਿਆ। सब घट के मालिक जगन्नाथ। ਇਹ ਜਗਤਨਾਥ ਤੁਸੀਂ ਸਾਰੇ ਘਟਾਂ ਦੇ ਮਾਲਕ ਹੋ, ਸੁਆਮੀ ਹੋ, ਜਾਣੀ ਜਾਣੋ। पुन प्रभ कहो ना इस बिद टरो। ਮਹਾਰਾਜ ਜੀ ਕਹਿੰਦੇ ਨਾ ਡੱਲਿਆ ਏਦਾਂ ਥੋੜੀ ਵਲ ਜਾ ਕਰੀ ਜਾਣਾ, ਏਦਾਂ ਨਹੀਂ ਗੱਲ ਬਣਨੀ। ਪਾਤਸ਼ਾਹ ਕਹਿੰਦੇ ਏਦਾਂ ਨਾ ਟਾਲਾ ਕਰ। खंडे को अमृत मुख धरो। ਖੰਡੇ ਦੀ ਪੌਲ ਛਕ, ਖੰਡੇ ਦਾ ਅੰਮ੍ਰਿਤ ਛਕ। श्री गुर सोपी खंडे केर। ਫਿਰ ਡੱਲਾ ਮਹਾਰਾਜ ਉਹ ਵੀ ਤਾਂ ਖੰਡੇ ਵਾਲਾ ਹੀ ਸੀ ਜਿਹੜਾ ਉਹ ਭੋਜਨ ਮੈਂ ਛਕਿਆ। ਡੱਲਾ ਫਿਰ ਕਹਿੰਦਾ ਇਹ ਹਾਸ ਰਸ 'ਚ ਬਚਨ ਹੋ ਰਹੇ ਨੇ। ਇਹ ਨਹੀਂ ਵੀ ਨਾ ਕਰਦਾ ਸਤਿਗੁਰਾਂ ਨੂੰ। ਹਾਸ ਰਸ ਜਿਵੇਂ ਮਹਾਰਾਜ ਜੀ ਦੇ ਨਾਲ ਪ੍ਰੇਮ ਜੋ ਪੈ ਗਿਆ ਸੀ ਇੰਨਾ। ਪਾਤਸ਼ਾਹ ਉਹ ਵੀ ਤਾਂ ਖੰਡੇ ਦਾ ਹੀ ਜਿਹੜਾ ਮੈਂ ਛਕਦਾ ਰੋਜ਼ ਤੁਹਾਡਾ ਸੀਤ ਪ੍ਰਸ਼ਾਦ। ਹਾਂਜੀ करद पेट की अचबे बेर। ਮਹਾਰਾਜ ਕਹਿੰਦੇ ਡੱਲਿਆ ਉਹ ਕਿਵੇਂ? ਕਹਿੰਦਾ ਜੀ ਰੋਜ਼ ਕਿਰਪਾਨ ਭੇਟ ਕਰਦੇ ਉਹਦੇ ਵਿੱਚ ਜਦੋਂ ਪ੍ਰਸ਼ਾਦਾ ਛਕਦੇ ਆ। ਭੋਗ ਲੱਗਦਾ ਪਹਿਲਾਂ ਕਿਰਪਾਨ ਭੇਟ ਹੁੰਦੀ ਆ, ਉਹ ਵੀ ਤਾਂ ਖੰਡੇ ਦਾ ਹੀ ਹੋ ਗਿਆ ਨਾ ਫਿਰ ਮਹਾਰਾਜ। ਸ਼ਸਤਰ ਤਾਂ ਲੱਗ ਗਿਆ ਉਹਦੇ ਵਿੱਚ ਵੀ ਜਦੋਂ ਕਿਰਪਾਨ ਭੇਟ ਕਰੀਦੀ ਐ। सुन कर श्री मुख बहु बिकसाने। ਮਹਾਰਾਜ ਜੀ ਹੱਸ ਪਏ। ਕਲਗੀਧਰ ਪਾਤਸ਼ਾਹ ਡੱਲੇ ਦੀ ਇਹ ਗੱਲ ਸੁਣ ਕੇ ਮਹਾਰਾਜ ਮੁਸਕਰਾ ਪਏ। सुन डल सिंह हम खुशी महाने। ਮਹਾਰਾਜ ਜੀ ਕਹਿੰਦੇ ਡੱਲ ਸਿੰਘ ਤੈਨੂੰ ਅਸੀਂ ਸਿੰਘ ਬਣਾ ਦਿੱਤਾ ਹੁਣ, ਤੇਰੇ ਤੇ ਸਾਡੀ ਭਾਰੀ ਖੁਸ਼ੀ ਹੈ। जो अमृत खंडे को लह ਆ ਜੇ ਤੂੰ ਡੱਲ ਸਿੰਘ ਬਣੇ, ਖੰਡੇ ਦਾ ਅੰਮ੍ਰਿਤ ਛਕੇ। गुर के सो जहाज चढ़ जाए। ਜਿਹੜੇ ਖੰਡੇ ਦੀ ਪੌਲ ਛਕ ਲੈਂਦੇ ਆ ਡੱਲਿਆ, ਉਹ ਗੁਰੂ ਕਲਗੀਧਰ ਦੇ ਜਹਾਜ਼ ਤੇ ਸਵਾਰ ਹੋ ਜਾਂਦੇ ਆ। सत श्री अकाल। ਜਿਹੜੇ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਕਹਿੰਦੇ ਖੰਡੇ ਦੀ ਪੌਲ ਛਕ ਲੈਂਦੇ ਆ, ਉਹ ਗੁਰੂ ਦੇ ਜਹਾਜ਼ ਤੇ ਸਵਾਰ ਹੋ ਜਾਂਦੇ ਆ। ਗੁਰੂ ਕਾ ਜਹਾਜ਼ ਹੈ, ਜਹਾਜ਼ੇ ਚੜ ਜਾ ਡੱਲਿਆ ਜੇ ਥਾਂ ਚਾਹੀਦੀ ਹੈ। ਪੀੜੀ ਜਿੰਨੀ ਕਹਿੰਦੇ ਰਾਜ ਹੀ ਦੇ ਦੇਾਂਗੇ ਉੱਥੇ ਦਾ, ਤੂੰ ਪੀੜੀ ਜਿੰਨੀ ਥਾਂ ਕਹਿਣਾ। ਖੰਡੇ ਦੀ ਪੌਲ ਛਕ ਲੋ ਡੱਲ ਜੀ। सिर पग धर धर कै तब पन है। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ 'ਚ ਹਾਂਜੀ ਦੁਬਾਰਾ ਪੜੋ। सिर पग धर धर कै तब पन है। ਮਹਾਰਾਜ ਜੀ ਦੇ ਚਰਨਾਂ ਤੇ ਬਾਰ-ਬਾਰ ਸਿਰ ਧਰ ਕੇ ਡੱਲਾ ਬਾਰ-ਬਾਰ ਏਦਾਂ ਮੱਥਾ ਟੇਕਦਾ ਤੇ ਕਹਿੰਦਾ सत बचन जी सत बचन है। ਮਹਾਰਾਜ ਸਤ ਬਚਨ ਹੈ, ਸਤ ਬਚਨ ਹੈ। ਪਹਿਲਾਂ ਤਾਂ ਆਸਰਸ ਜੀ ਕਹਿ ਰਿਹਾ ਸੀ ਨਾ ਮਹਾਰਾਜ ਉਹ ਵੀ ਤਾਂ ਖੰਡੇ ਦਾ ਹੀ ਛਕਦਾ ਰੋਜ਼। ਪਾਤਸ਼ਾਹ ਕਹਿੰਦੇ ਨਹੀਂ, ਜਹਾਜ਼ੇ ਚੜ, ਖੰਡੇ ਦੀ ਪੌਲ ਛਕ। ਤੇ ਮਹਾਰਾਜ ਗਰੀਬ ਨਵਾਜ ਪਾਤਸ਼ਾਹ ਕਹਿੰਦੇ ਜਦੋਂ ਸਾਡੇ ਜਹਾਜ਼ ਤੇ ਚੜੇਗਾ ਫਿਰ ਸਾਡੀ ਜ਼ਿੰਮੇਵਾਰੀ ਹੋਵੇਗੀ ਜਹਾਜ਼ ਬੰਨੇ ਲਾਉਣਾ। ਕਹਿਣ ਲੱਗਾ ਮਹਾਰਾਜ ਚਰਨਾਂ ਦੇ ਨਾਲੇ ਮੱਥਾ ਟੇਕਦਾ ਨਾਲੇ ਕਹਿੰਦਾ ਜੀ ਸਤ ਬਚਨ ਹੈ, ਸਤ ਬਚਨ ਹੈ। ਮਹਾਰਾਜ ਸਤ ਬਚਨ ਹੈ ਪਾਤਸ਼ਾਹ, ਸਤ ਬਚਨ ਹੈ। अगले दिन कराह करवायो। ਅਗਲੇ ਦਿਨ ਹੀ ਕੜਾ ਪ੍ਰਸ਼ਾਦ ਦੀ ਦੇਗ ਤਿਆਰ ਕਰਵਾਈ। श्री गुर के आगे धरवायो। ਕੜਾ ਪ੍ਰਸ਼ਾਦ ਦੀ ਦੇਗ ਸਤਿਗੁਰਾਂ ਦੇ ਸਾਨਮੁਖ ਭੇਟ ਕੀਤੀ ਭਾਈ ਡੱਲੇ ਨੇ। हाथ जोर आगे होए खरेओ। ਔਰ ਸਤਿਗੁਰਾਂ ਦੇ ਸਾਨਮੁਖ ਹੱਥ ਜੋੜ ਕੇ ਦੇਗ ਭੇਟਾ ਕਰਕੇ ਖਲੋ ਗਏ। खंडे को अमृत तब करेओ। ਮਹਾਰਾਜ ਜੀ ਨੇ ਉਸੇ ਵਕਤ ਖੰਡੇ ਦੀ ਪੌਲ ਤਿਆਰ ਕੀਤੀ। 100 नर अपर खरे संग होए। ਕੱਲੇ ਡੱਲੇ ਨੇ ਨਹੀਂ ਅੰਮ੍ਰਿਤ ਛਕਿਆ, ਇਹਦੇ ਨਾਲ ਇਹਦੇ 100 ਸਿਪਾਹੀ ਜਿਹੜੇ ਸਨ ਉਹ ਵੀ ਆ ਗਏ, ਖਲੋ ਗਏ। ਉਹ ਵੀ ਆਣ ਕੇ ਹਾਜ਼ਰ ਹੋਏ। छक्यो सुनहरे एक सब कोए। ਇੱਕੋ ਸੁਨਹਿਰੇ ਵਿੱਚ ਸੁਨਹਿਰੀਏ ਭਰਾ ਬਣ ਗਏ ਸਾਰੇ। ਸੁਨਹਿਰੇ ਦਾ ਮਤਲਬ ਹੁੰਦਾ ਵੀ ਇੱਕੋ ਥੱਲੇ ਸੁਨਹਿਰਾ ਰੱਖਿਆ ਜਾਂਦਾ ਨਾ, ਬਦੌਰੀ ਕਹਿ ਦਿੰਦੇ ਆ, ਉੱਤੇ ਫਿਰ ਬਾਟਾ ਸਜਾਇਆ ਜਾਂਦਾ। ਉਹ ਸੁਨਹਿਰੀਏ ਭਰਾ ਬਣ ਗਏ। 100 ਸਿੰਘ ਇਹਦੇ ਨਾਲ ਹੋਰ ਸਜਿਆ ਭਾਈ ਡੱਲੇ ਦੇ। पुन प्रसन्न बहु भये कृपाला। ਕਲਗੀਧਰ ਜੀ ਬੜੇ ਪ੍ਰਸੰਨ ਹੋਏ ਡੱਲੇ ਤੇ। ਮਹਾਰਾਜ ਜੀ ਕਹਿੰਦੇ ਖੁਸ਼ੀਆਂ ਡੱਲਿਆ ਤੇਰੇ ਤੇ, ਤੂੰ ਡੱਲਾ ਨਹੀਂ ਹੁਣ ਡੱਲ ਸਿੰਘ ਹੋ ਗਿਆ। ਹਾਂਜੀ बख्शियो खड़ग बड़ो अर ढाला। ਪਾਤਸ਼ਾਹ ਨੇ ਆਪਣੇ ਗਾਤਰੇ ਦੀ ਤਲਵਾਰ ਦਿੱਤੀ ਭਾਈ ਡੱਲ ਸਿੰਘ ਨੂੰ, ਔਰ ਇੱਕ ਵੱਡਾ ਢਾਲ ਆਪਣੇ ਮੋਢੇ ਤੋਂ ਲਾ ਕੇ ਆਖਿਆ ਲੈ ਡੱਲ ਸਿੰਘ ਆ ਢਾਲ ਤੇ ਤਲਵਾਰ ਸਾਡੇ ਗਾਤਰੇ ਦੀ ਤੂੰ ਰੱਖ। 2000 के कंकन दोए। ਦੋ ਮਹਾਰਾਜ ਜੀ ਦੇ ਹੱਥਾਂ 'ਚ ਨਾ ਸੋਨੇ ਦੇ ਕੜੇ ਸੀ। 2000 ਰੁਪਏ ਦਾ ਮੁੱਲ ਸੀ ਉਹਨਾਂ ਵੇਲਿਆਂ 'ਚ ਉਹਨਾਂ ਦਾ, ਬੜੇ ਕੀਮਤੀ।
ਉਹ ਗਰੀਬ ਨਵਾਜ ਜੀ ਨੇ ਹੁਤੇ ਜਰਾਓ ਬਖਸ਼ੇ ਸੋਏ। ਉਹਨਾਂ ਦੇ ਜੜਾਊ ਜੜੇ ਹੋਏ ਉਹ ਕੜੇ ਵੀ ਮਹਾਰਾਜ ਜੀ ਨੇ ਭਾਈ ਡੱਲ ਸਿੰਘ ਨੂੰ ਬਖਸ਼ੇ। ਗੁਰ ਕੋ ਬਸਤਰ ਪੂਜਬੇ ਹੇਤ, ਫਿਰ ਮਹਾਰਾਜ ਜੀ ਨੇ ਆਪਣਾ ਚੋਲਾ ਆਪਣੇ ਬਸਤਰ ਪੂਜਾ ਕਰਨ ਵਾਸਤੇ ਭਾਈ ਡੱਲ ਸਿੰਘ ਨੂੰ ਬਖਸ਼ਿਆ, ਪਰਿਵਾਰ ਨੂੰ ਬਖਸ਼ਿਆ। ਦੇਤ ਭਏ ਤਬ ਕਿਰਪਾ ਨਿਕੇਤ, ਦਸਤਾਰ ਬੜੀ ਸੁੰਦਰ ਮਹਾਰਾਜ ਜੀ ਨੇ ਕਿਰਪਾ ਦਿਆਲੂ ਸਤਿਗੁਰਾਂ ਨੇ ਦਿੱਤੀ। ਇੱਕ ਦਿਨ ਸੁਧ ਕਿਨ ਆਨ ਸੁਨਾਈ, ਉਹ ਵਸਤੂਆਂ ਦੇ ਕੇ ਭਾਈ ਡੱਲ ਸਿੰਘ ਨੂੰ, ਉਹ ਹੁਣ ਵੀ ਭਾਈ ਡੱਲਾ ਜੀ ਦੇ ਘਰ ਦੇ ਵਿੱਚ ਉਹ ਸਾਰੀਆਂ ਵਸਤੂਆਂ ਮਹਾਰਾਜ ਜੀ ਦੀਆਂ ਨਿਸ਼ਾਨੀਆਂ ਦਮਦਮਾ ਸਾਹਿਬ ਸੁਭਾਏ ਮਾਨ ਨੇ ਸੰਗਤਾਂ ਦਰਸ਼ਨ ਕਰਦੀਆਂ ਹਨ। ਏਦਾਂ ਮਹਾਰਾਜ ਜੀ ਨੇ ਬਖਸ਼ਿਸ਼ਾਂ ਕੀਤੀਆਂ। ਭਾਈ ਡੱਲੇ ਨੂੰ ਭਾਈ ਡੱਲ ਸਿੰਘ ਬਣਾਇਆ, ਆਖਿਆ ਜਹਾਜ਼ ਤੇ ਚੜ ਜਾ, ਜੇ ਪਾਰ ਉਤਰਨਾ ਇਸ ਭਵ ਸਾਗਰ ਤੋਂ, ਸੰਸਾਰ ਸਮੁੰਦਰ ਤੋਂ। ਇਸ ਕਥਾ ਨੂੰ ਸੁਣ ਕੇ ਭਾਈ ਜਿਨ੍ਹਾਂ ਨੇ ਅੰਮ੍ਰਿਤ ਨਹੀਂ ਛਕਿਆ ਉਹਨਾਂ ਨੂੰ ਆਪਣੀ ਸੁਰਤ ਬਿਰਤ ਤਿਆਰ ਕਰਨੀ ਚਾਹੀਏ। ਇਸ ਕਥਾ ਨੂੰ ਸਰਵਣ ਕਰਕੇ ਜਿਨ੍ਹਾਂ ਦੇ ਮਨ 'ਚ ਹਾਲੇ ਕੋਈ ਢਿੱਲ ਮੱਠ ਹੈ, ਸੋਚਾਂ ਵਿਚਾਰਾਂ 'ਚ ਨੇ ਨਾ, ਹਾਲੇ ਥੋੜਾ ਜਿਹਾ ਸਮਾਂ ਅਟਕਾਂਗੇ, ਅਗਲੀ ਵਿਸਾਖੀ ਆਵੇਗੀ ਜਾਂ ਹੋਰ ਅਗਲਾ ਕੋਈ ਦਿਨ ਆਵੇਗਾ, ਉਦੋਂ ਛਕਾਂਗੇ। ਉਹ ਭਾਈ ਤਿਆਰ ਹੋ ਜਾਓ, ਅੱਗੇ ਖਾਲਸੇ ਦਾ ਜਨਮ ਦਿਹਾੜਾ ਆ ਰਿਹਾ 13 ਅਪ੍ਰੈਲ ਨੂੰ, ਵਿਸਾਖੀ ਦਾ ਦਿਨ ਆ ਰਿਹਾ। ਗੁਰੂ ਕੇ ਜਹਾਜ਼ ਤੇ ਸਵਾਰ ਹੋ, ਆਪਣਾ ਮਨ ਬਣਾਓ। ਜਿਨ੍ਹਾਂ ਦਾ ਮਨ ਹਾਲੇ ਢਿੱਲ ਮੱਠ ਵਿੱਚ ਹੈ, ਭਾਈ ਡੱਲੇ ਜਿਵੇਂ ਮਹਾਰਾਜ ਜੀ ਦੀਆਂ ਬਖਸ਼ਿਸ਼ਾਂ ਹੋਈਆਂ, ਡੱਲੇ ਨੇ ਵੀ ਪਹਿਲਾਂ ਜਿਹੜੇ ਬਹਾਨੇ ਜੇ ਆਪਾਂ ਵੀ ਲਾ ਲੈਨੇ ਨਾ, ਕਈ ਲਾ ਲੈਂਦੇ ਆ, ਡੱਲੇ ਨੇ ਵੀ ਲਾਏ ਨੇ। ਮਹਾਰਾਜ ਰੋਜ਼ ਹੀ ਛਕਦੇ ਆ ਤੁਹਾਡਾ ਖੰਡੇ ਦਾ ਅੰਮ੍ਰਿਤ, ਤਾਂ ਜਦੋਂ ਭੋਗ ਲੱਗਦਾ ਕੜਾਹ ਪ੍ਰਸ਼ਾਦ ਨੂੰ ਇਹ ਛਕ ਲੈਨੇ, ਇਹ ਵੀ ਤਾਂ ਅੰਮ੍ਰਿਤ ਹੀ ਹੈ ਜੀ। ਮਹਾਰਾਜ ਜੀ ਕਹਿੰਦੇ ਖੰਡੇ ਦੀ ਪੋਲ ਛਕੋ ਜੇ ਸਾਡੇ ਜਹਾਜ਼ ਤੇ ਚੜ੍ਹਨਾ। ਹਾਂਜੀ, ਤੁਰਕਨ ਸੈਨ ਚੜੀ ਸਮੁਦਾਈ, ਇੱਕ ਦਿਨ ਕਿਸੇ ਨੇ ਖਬਰ ਦਿੱਤੀ ਕਿ ਤੁਰਕਾਂ ਦੀਆਂ ਫੌਜਾਂ ਚੜ੍ਹ ਕੇ ਆਈਆਂ ਨੇ। ਇਤਕੋ ਆਏ ਲਰਨ ਕੇ ਹੇਤ, ਉਹ ਇਧਰ ਦਮਦਮਾ ਸਾਹਿਬ ਵੱਲ ਆ ਰਹੇ ਨੇ ਲੜਨ ਲਈ। ਸੁਨ ਡਲ ਸਿੰਘ ਬਹੁ ਬਨਿਓ ਸੁਚੇਤ, ਭਾਈ ਡੱਲ ਸਿੰਘ ਜੀ ਤਿਆਰ ਹੋ ਗਏ। ਪਤਾ ਲੱਗਾ ਵੀ ਦੁਸ਼ਮਣ ਆ ਰਹੇ ਨੇ ਚੜ੍ਹ ਕੇ। ਜਾਏ ਅਗਰ ਇੱਕ ਤਰਕੇ ਤਰੇ, ਅੱਗੇ ਚਲੇ ਗਏ ਇੱਕ ਦਰਖਤ ਦੇ ਕੋਲ, ਬੈਠਿਓ ਰਹਿ ਪ੍ਰਤੀਖਨ ਕਰੇ। ਉੱਥੇ ਜਾ ਕੇ ਭਾਈ ਡੱਲ ਸਿੰਘ ਜੀ ਆਪਣੇ ਸਾਥੀਆਂ ਸਮੇਤ ਬੈਠੇ ਰਹੇ ਵੀ ਜੇ ਦੁਸ਼ਮਣ ਆਵੇਗਾ ਪਹਿਲਾਂ ਅਸੀਂ ਲੜਾਂਗੇ, ਫਿਰ ਸਤਿਗੁਰਾਂ ਤੱਕ ਜਾਣ ਦੇਾਂਗੇ। ਇੱਕ ਦਿਨ ਦੋਏ ਦਿਨ ਬੀਤੇ ਨਹਿ ਆਇਓ, ਇੱਕ ਦਿਨ 2 ਦਿਨ ਬੀਤ ਗਏ ਪਰ ਕੋਈ ਤੁਰਕ ਨਹੀਂ ਆਇਆ। ਸ਼੍ਰੀ ਗੁਰ ਟਿਕ ਥਿਰ ਬਾਕ ਸੁਨਾਇਓ, ਸਤਿਗੁਰੂ ਜੀ ਦੇ ਕੋਲ ਆ ਕੇ ਬਚਨ ਕੀਤੇ। ਪਾਤਸ਼ਾਹੋ ਤੁਰਕ ਜੇ ਇੱਕ ਬਾਰੀ, ਮਹਾਰਾਜ ਜੀ ਜੇ ਤੁਰਕ ਇੱਕ ਵਾਰੀ ਆ ਜਾਂਦੇ, ਕਰਹਿ ਭੇੜ ਤੋਲੇ ਹੋ ਨਿਹਾਰੀ, ਅਸੀਂ ਭੇੜ ਕਰਦੇ ਤੇ ਤੁਸੀਂ ਸਾਡੇ ਵੀ ਜੰਗ ਵੇਖ ਲੈਂਦੇ। ਤਬ ਜੇ ਤਿਕ ਬਾਹੈ ਤਰਵਾਰੀ, ਫਿਰ ਮਹਾਰਾਜ ਅਸੀਂ ਤਲਵਾਰਾਂ ਵਾਹੁਦੇ। ਰੁੰਡ ਮੁੰਡ ਕਰ ਧਰਾ ਮਜਾਰੀ, ਆਹ ਰੁੰਡ ਮੁੰਡ ਕਰਕੇ ਮਲੇਛਾਂ ਦੀਆਂ ਗਰਦਨਾਂ ਜ਼ਮੀਨ ਤੇ ਖੜਾ ਦਿੰਦੇ। ਫਿਰ ਹੈ ਜਥਾ ਬਹਿਰਾੜ ਲੜਾਕੇ, ਤੇ ਮਹਾਰਾਜ ਆਪ ਜੀ ਵੇਖਦੇ ਵੀ ਇਹ ਤੁਹਾਡੇ ਲੜਾਕੇ ਸਿੰਘ ਬਰਾੜ ਕਿਵੇਂ ਲੜਦੇ। ਕਰ ਹੈ ਤੁਰਕਨ ਤਨ ਗਨ ਫਾਂਕੇ, ਇਹ ਤੁਰਕਾਂ ਦੇ ਸਰੀਰਾਂ ਨੂੰ ਫਾਂਕਾਂ ਕਰਕੇ ਰੱਖ ਦਿੰਦੇ। ਸੁਨ ਕਰ ਦਇਆ ਸਿੰਧ ਹਰ ਖਾਏ, ਸੁਣ ਕੇ ਸਤਿਗੁਰੂ ਜੀ ਪ੍ਰਸੰਨ ਹੋਏ। ਸਾਧ ਸਾਧ ਡਲ ਸਿੰਘ ਕੋ ਗਾਏ, ਮਹਾਰਾਜ ਕਹਿੰਦੇ ਸ਼ਬਾਸ਼ ਹੈ ਡੱਲ ਸਿੰਘ ਤੇਰੀ ਸੂਰਮਤਾਈ ਤੇ। ਇਮਹੀ ਚਹੀਅਤ ਤੁਰਕਨ ਸੰਗਾ, ਏਦਾਂ ਹੀ ਚਾਹੀਦਾ ਮਲੇਛਾਂ ਦੇ ਨਾਲ ਲੜਾਈ ਕਰਨਾ, ਧਾਰੇ ਉਤਸਾਹ ਕਰਨ ਕੋ ਜੰਗਾ। ਏਦਾਂ ਹੀ ਜੰਗ ਲੜਨਾ ਉਤਸ਼ਾਹ ਦੇ ਨਾਲ। ਹਾਲੇ ਕਿਹੜਾ ਵੇਲਾ ਲੰਘ ਜਾਣਾ ਹੈ ਡੱਲ ਸਿੰਘਾ, ਆਉਣ ਵਾਲੇ ਸਮੇਂ ਵਿੱਚ ਸਮੇਂ ਆਉਣੇ ਨੇ। ਇਹ ਕਿਸੇ ਨੇ ਝੂਠੀ ਅਫਵਾਹ ਫੈਲਾ ਦਿੱਤੀ ਸੀ ਵੀ ਤੁਰਕਾਂ ਦਾ ਦਲ ਆ ਰਿਹਾ, ਜਾਂ ਆਉਣ ਲੱਗੇ ਹੋਣਗੇ, ਰਸਤੇ ਚੋਂ ਪਰਤ ਕੇ ਨਹੀਂ ਆ ਸਕੇ। ਪਰ ਭਾਈ ਡੱਲ ਸਿੰਘ ਜੀ ਨੇ ਆਪਣੀ ਇਮਾਨਦਾਰੀ ਦਾ ਸਬੂਤ ਦਿੱਤਾ, ਮੂਹਰੇ ਹੋ ਕੇ ਜਾ ਕੇ ਖਲੋ ਗਏ ਸਨ ਲੜਨ ਵਾਸਤੇ। ਸਤਿਗੁਰੂ ਜੀ ਬਖਸ਼ਿਸ਼ਾਂ ਕਰ ਰਹੇ ਨੇ। ਗਰੀਬ ਨਵਾਜ ਸਾਹਿਬ ਜੀ ਦੀ ਪਾਵਨ ਅੰਮ੍ਰਿਤ ਕਥਾ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੇ ਖਿਮਾ। ਵਾਹਿਗੁਰੂ 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 ਪੀਵੋ ਪਾਹੁਲ ਖੰਡੇ ਧਾਰ, ਪੀਵੋ ਪਾਹੁਲ ਖੰਡੇ ਧਾਰ। ਪੀਵੋ ਪਾਹੁਲ ਖੰਡੇ ਧਾਰ, ਪੀਵੋ ਪਾਹੁਲ ਖੰਡੇ ਧਾਰ। ਪਾਹੁਲ ਖੰਡੇ ਧਾਰ, ਪੀਵੋ ਪਾਹੁਲ
ਵਾਹਿਗੁਰੂ 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 हे अच्युत हे पार ब्रह्म हे पूरन हे सर्वमय दुख पंजन गुण तास हे संगी हे निरंकार हे निर्गुण सब टेक हे गोबिंद हे गुण निधान जाके सदा विवेक हे परम्पर हर हरे है पी होवन हार हे संत कै सदा संग निधारा आधार ठाकुर हों दासरो मैं निर्गुण गुण नहीं कोय नानक दिजै नाम दान राखो ही है परोए प्रभ शरणागति कृपा निध दयाल एक अखर हर मन बस्त नानक होत निहाल गुरु नाम जहाज है चढ़े सो उतरे पार जो शरदा कर से बंदे गुर पार उतारन हार गुरु नाम जहाज है चढ़े सो उतरे पार जो शरदा कर से बंदे गुर पार उतारन हार वाहिगुरु जी का खालसा वाहिगुरु जी की फतेह। साਧ ਸੰਗਤ ਜੀ ਬੇਨਤੀ ਹੈ ਕਿ ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ 400 ਸਾਲਾ ਪ੍ਰਕਾਸ਼ ਗੁਰਪੁਰਬ ਦੇ ਸੰਬੰਧ ਵਿੱਚ ਗੁਰੂ ਕੇ ਮਹਿਲਾਂ ਤੋਂ ਜਿੱਥੇ ਪਾਤਸ਼ਾਹ ਨੇ ਪ੍ਰਕਾਸ਼ ਧਾਰਨ ਕੀਤਾ ਨਗਰ ਕੀਰਤਨ ਕੁਝ ਦਿਨ ਪਹਿਲਾਂ ਆਰੰਭ ਹੋਏ ਸਨ। ਗੁਰੂ ਸਾਹਿਬ ਦੀ ਕਿਰਪਾ ਸਦਕਾ ਉਹ ਨਗਰ ਕੀਰਤਨ ਅੱਜ ਆਪਣੇ ਪਟਿਆਲੇ ਸ਼ਹਿਰ ਦੇ ਵਿੱਚ ਆ ਰਹੇ ਨੇ। ਤਕਰੀਬਨ ਬਹਾਦਰਗੜ੍ਹ ਸਾਹਿਬ ਦੇ ਨੇੜੇ ਉਹ ਨਗਰ ਕੀਰਤਨ ਇਸ ਵੇਲੇ ਪਹੁੰਚ ਗਏ ਹੋਣਗੇ। ਇਹ ਨਗਰ ਕੀਰਤਨ ਮੋਤੀ ਬਾਗ ਸਾਹਿਬ ਤੱਕ ਜਾ ਕੇ ਉੱਥੋਂ ਵਾਪਸ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਆਉਣਗੇ ਔਰ ਅੱਜ ਰਾਤ ਦਾ ਜੋ ਵਿਸ਼ਰਾਮ ਹੈ ਨਗਰ ਕੀਰਤਨ ਦਾ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਹੋਵੇਗਾ। ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਆਪ ਜੀ ਨੇ ਨਗਰ ਕੀਰਤਨ ਦੇ ਸਵਾਗਤ ਵਜੋਂ ਹਾਜ਼ਰੀਆਂ ਭਰਨੀਆਂ ਨੇ। ਕੱਲ ਸਵੇਰੇ 9 ਵਜੇ ਨਗਰ ਕੀਰਤਨ ਇੱਥੋਂ ਅਗਲੇ ਪੜਾਅ ਨੂੰ ਵਿਦਾ ਕਰਨਾ, ਉਦੋਂ ਵੀ ਹਾਜ਼ਰੀਆਂ ਭਰਨੀਆਂ ਹਨ। ਇਹ ਬੇਨਤੀ ਆਪ ਜੀ ਨੇ ਸਵੀਕਾਰ ਕਰਨੀ। ਦੂਸਰੀ ਬੇਨਤੀ ਹੈ ਗੁਰਦੁਆਰਾ ਸ੍ਰੀ ਮੋਤੀ ਬਾਗ ਸਾਹਿਬ ਵਿਖੇ ਅੱਜ ਰਾਤ ਦੇ ਸਮਾਗਮ ਸੱਜ ਰਹੇ ਨੇ। ਨੌਵੇਂ ਪਾਤਸ਼ਾਹ ਦੇ 400 ਸਾਲਾ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਸੰਪਰਦਾਇ ਦਲ ਬਾਬਾ ਬਿਧੀ ਚੰਦ ਸਾਹਿਬ ਜੀ ਦੇ ਜਥੇਦਾਰ ਸਾਹਿਬ ਬਾਬਾ ਬਿਧੀ ਚੰਦ ਸਾਹਿਬ ਜੀ ਦੇ ਅੰਸ਼ ਵੰਸ਼ ਜਥੇਦਾਰ ਬਾਬਾ ਅਵਤਾਰ ਸਿੰਘ ਜੀ ਆਪਣੀਆਂ ਫੌਜਾਂ ਦੇ ਸਮੇਤ ਸਮਾਗਮਾਂ ਵਿੱਚ ਤਕਰੀਬਨ ਰਾਤ ਨੂੰ 8 ਵਜੇ ਨਾਲ ਹਾਜ਼ਰੀਆਂ ਭਰ ਰਹੇ ਨੇ। ਉੱਥੇ ਵੀ ਆਪ ਜੀ ਸਮਾਂ ਕੱਢ ਕੇ ਹਾਜ਼ਰੀਆਂ ਭਰੋ, ਗੁਰੂ ਦਾ ਸਰਵਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।